ਵਾਹਿਗੁਰੂ ਜੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਬੇਸੁਮਾਰ ਅਥਾਹ ਅਗਣਿਤ ਅਤੁਲੈ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਵਾਹਿਗੁਰੂ ਜੀ। ਭੁਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾਹੋ। ਮਨ ਬੇਦਿਆ ਚਰਨਾਰ ਬਿੰਦ, ਦਰਸ਼ਨ ਲਗੜਾ ਸਾਹੋ। ਓਟ ਗੋਵਿੰਦ ਗੋਪਾਲ ਰਾਏ, ਸੇਵਾ ਸੁਆਮੀ ਲਾਹੋ। ਵਿਖਿਆ ਪੋਹੇ ਨਾ ਸਕਈ, ਮਿਲ ਸਾਧੂ ਗੁਣ ਗਾਹੋ। ਜਹ ਤੇ ਉਪਜੇ ਤਹ ਮਿਲੇ, ਸਚੀ ਪ੍ਰੀਤ ਸਮਾਹੋ। ਕਰ ਗਹਿ ਲੀਨੀ ਪਾਰ ਬ੍ਰਹਮ, ਬਹੁੜ ਨਾ ਵਿਛੜਿਆਹੋ। ਬਾਰ ਜਾਉ ਲਖ ਬੇਰੀਆ, ਹਰ ਸੱਜਣ ਅਗੰਮ ਅਗਾਹੋ। ਸਰਮ ਪਈ ਨਾਰਾਇਣੈ, ਨਾਨਕ ਦਰ ਪਈਆਹੋ। ਭੁਖ ਸੁਹੰਦਾ ਸਰਬ ਸੁਖ, ਜਿਸ ਬਖਸ਼ੇ ਵੇ ਪ੍ਰਵਾਹੋ। ਭੁਖ ਸੁਹੰਦਾ ਸਰਬ ਸੁਖ, ਜਿਸ ਬਖਸ਼ੇ ਵੇ ਪ੍ਰਵਾਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੱਜ ਬੈਠੀ ਸਾਧ ਸੰਗਤ ਜੀਓ, ਬੜੇ ਪਿਆਰ ਸਹਿਤ ਆਪ ਜੀ ਨੇ ਸਤਿਗੁਰਾਂ ਦੀ ਅੰਮ੍ਰਿਤਮਈ ਹਜ਼ੂਰੀ ਵਿੱਚ ਬੈਠ ਕੇ ਅੱਜ ਦੇ ਇਸ ਵਿਸ਼ੇਸ਼ ਦੀਵਾਨ ਵਿੱਚ, ਜੋ ਕਿ ਪੋਹ ਦੇ ਮਹੀਨੇ ਦੀ ਸੰਗਰਾਂਦ ਹੈ,
ਉਸ ਦੇ ਸੰਬੰਧ ਵਿੱਚ ਸਜੇ ਦੀਵਾਨ ਵਿੱਚ ਹਾਜ਼ਰੀਆਂ ਭਰ ਕੇ ਜੀਵਨ ਸਫਲਾ ਬਣਾ ਰਹੇ ਹੋ। ਸਾਧ ਸੰਗਤ ਜੀ, ਆਸਾ ਜੀ ਦੀ ਵਾਰ ਦਾ ਕੀਰਤਨ, ਜੋ ਕਿ ਗੁਰੂ ਕੀ ਬਖਸ਼ੀ ਹੋਈ ਮਰਿਆਦਾ ਹੈ, ਉਸ ਦਾ ਹੁਣੇ ਹੀ ਭੋਗ ਪਿਆ, ਸਮਾਪਤੀ ਹੋਈ ਹੈ। ਉਪਰੰਤ ਆਪ ਜੀ ਨੇ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ 12 ਮਾਹ, ਉਸ 12 ਮਾਹ ਬਾਣੀ ਦਾ ਇਹ ਪਦ, ਜਿਹੜਾ ਕਿ ਪੋਹ ਦੇ ਮਹੀਨੇ ਨਾਲ ਸੰਬੰਧਿਤ ਹੈ, ਔਰ ਉਸ ਪੋਹ ਦੇ ਮਹੀਨੇ ਵਿੱਚ ਸਤਿਗੁਰੂ ਜੀ ਕੀ ਉਪਦੇਸ਼ ਕਰਦੇ ਨੇ, ਕਿ ਮਿਹਰ ਕਰਦੇ ਨੇ, ਕਿਵੇਂ ਜੀਵਨ ਬਤੀਤ ਕਰਨਾ ਚਾਹੀਦਾ ਹੈ, ਉਹ ਕੀ ਸਾਨੂੰ ਕਿਰਪਾ ਕਰਕੇ ਦੱਸਦੇ ਨੇ। ਉਸ ਪਵਿੱਤਰ ਬਚਨ ਦਾ ਆਪ ਜੀ ਨੇ ਪਾਠ ਸ਼ਰਵਣ ਕੀਤਾ। ਆਓ ਸਾਧ ਸੰਗਤ, ਮਨੋਬਿਰਤੀਆਂ ਕਰੋ ਇਕਾਗਰ। ਕੋਈ ਵੀ ਮਾਈ ਭਾਈ ਰਸਨਾ ਵਾਂਝੀ ਨਾ ਰਹੇ। ਸਾਰੇ ਇੱਕ ਵਾਰੀ ਰਸਨਾ ਕਰੋ ਪਵਿੱਤਰ, ਤੇ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਗੁਰਾਂ ਨੇ ਇਹ ਪਵਿੱਤਰ ਬਾਣੀ ਕਈ ਵਾਰੀ ਬੇਨਤੀ ਕੀਤੀ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਇਹ 12 ਮਾਹ ਬਾਣੀ, ਔਰ ਇਹ ਮਾਝ ਰਾਗ ਦਾ 12 ਮਾਹ ਹੈ। ਇਹ ਮੈਂ ਕਿਉਂ ਕਹਿੰਦਾ ਹਾਂ, ਕਿਉਂਕਿ ਇੱਕ 12 ਮਾਹ ਸਤਿਗੁਰਾਂ ਦੀ ਬਾਣੀ ਵਿੱਚ ਹੋਰ ਹੈ, ਉਹ ਤੁਖਾਰੀ ਰਾਗ ਵਿੱਚ ਹੈ। ਉਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਉਹ 12 ਮਾਹ ਹੈ, ਉਹ ਪਵਿੱਤਰ ਬਚਨ ਹਨ। ਉਸ ਉਪਦੇਸ਼ ਨੂੰ ਕਮਾਨ ਦਾ ਗੁਰੂ ਕੇ ਸਵਾਰੂ ਆਪਾਂ ਯਤਨ ਕਰੀਏ। ਇਹ 12 ਕਥਾ ਦਾ ਅਰਥ ਇਹ ਹੈ। ਕਈ ਵਾਰੀ ਅਸੀਂ ਬਾਣੀ ਪੜ੍ਹਦੇ ਹਾਂ, ਕਈ ਵਾਰੀ ਤੇ ਜਨ ਸਧਾਰਨ ਵੀ, ਆਮ ਸੰਗਤ ਨੂੰ ਵੀ ਗੁਰੂ ਕੇ ਸਵਾਰੂ ਸ਼ਬਦਾਂ ਦੇ ਅਰਥ ਸੁਖੈਣ ਬਾਣੀ ਹੈ, ਤੇ ਨਾਲ ਨਾਲ ਕਈਆਂ ਸਰੀਰਾਂ ਨੂੰ ਸਮਝ ਆ ਜਾਂਦੇ ਨੇ। ਪਰ ਗੁਰੂ ਸਾਹਿਬ ਜੀ ਦੀ ਕੁਝ ਬਾਣੀ ਮਹਿੰਗੀ ਬਾਣੀ ਵੀ ਹੈ, ਜਿਹਨੂੰ ਸਮਝਣ ਵਾਸਤੇ ਕਥਾ ਦੀ, ਗੁਰਮਤਿ ਵਿਚਾਰ ਦੀ ਅਤ ਜ਼ਰੂਰਤ ਹੈ। ਤੋ ਖੈਰ, ਸਤਿਗੁਰਾਂ ਨੇ ਅੱਜ ਦੇ ਇਸ ਪਵਿੱਤਰ ਬਚਨ ਵਿੱਚ ਜਿਹੜੀ ਕਿਰਪਾ ਕੀਤੀ ਹੈ, ਉਹਦੇ ਇੱਕ ਇੱਕ ਸ਼ਬਦ ਵੱਲ ਗੁਰੂ ਕੇ ਸਵਾਰੂ ਆਪਾਂ ਧਿਆਨ ਦੇਣਾ। ਸਤਿਗੁਰੂ ਜੀ ਆਰੰਭ ਕਰਦੇ ਨੇ ਪੋਹ ਦਾ ਮਹੀਨਾ। ਅਸੀਂ ਆਮ ਭਾਸ਼ਾ ਵਿੱਚ ਗੁਰੂ ਕੇ ਸਵਾਰੂ ਸ਼ਬਦ ਪੋਹ ਵਰਤਨੇ ਆ, ਪਰ ਸਤਿਗੁਰਾਂ ਨੇ ਇੱਥੇ ਜਿਹੜਾ ਸ਼ਬਦ ਵਰਤਿਆ ਹੈ ਉਹ ਪੋਖ ਵਰਤਿਆ। ਗੁਰਮੁਖੀ ਵਿੱਚ ਪੋਖ ਸ਼ਬਦ, ਜਿਸ ਦਾ ਅਰਥ ਇਹੀ ਹੈ ਪੋਹ ਦਾ ਮਹੀਨਾ। ਸਤਿਗੁਰਾਂ ਨੇ ਬਚਨ ਕੀਤਾ ਵੀ ਪੋਖ ਤੁਖਾਰ
ਨਾ ਵਿਆਪਈ। ਇੱਕ ਇੱਕ ਸ਼ਬਦ। ਪੋਖ ਦਾ ਮਤਲਬ ਹੈ ਪੋ, ਤੇ ਤੁਖਾਰ ਦਾ ਅਰਥ ਵਿਦਵਾਨਾਂ ਨੇ ਕੀਤਾ ਕੱਕਰ। ਆਪ ਜੀ ਇਹ ਪੇਂਡੂ ਭਾਸ਼ਾ ਦਾ ਸ਼ਬਦ ਹੈ। ਜਦੋਂ ਪਿੰਡਾਂ ਵਿੱਚ ਗੁਰੂ ਕੇ ਸਵਾਰੋ ਬਹੁਤੀ ਠੰਡ ਪਵੇ, ਧਰਤੀ ਦੇ ਉੱਪਰ ਚਿੱਟਾ ਚਿੱਟਾ ਜਾਂ ਜਿਹੜੀਆਂ ਫਸਲਾਂ ਨੇ ਉਹਦੇ ਉੱਪਰ ਚਿੱਟਾ ਚਿੱਟਾ ਕੋਰਾ ਜਿਹਾ ਜੰਮ ਜਾਂਦਾ ਹੈ। ਉਸ ਨੂੰ ਕੋਰਾ ਕਹਿ ਲਓ, ਉਸ ਨੂੰ ਕੱਕਰ ਕਹਿ ਲਓ। ਤੇ ਲਿਖਾਇਆ ਕਿ ਇਸ ਚੀਜ਼ ਦਾ ਹੁੰਦਾ ਹੈ ਵੀ ਠੰਡ ਬੜੀ ਪਈ ਹੈ। ਵੀ ਅੱਜ ਪੁੱਛੀਏ ਵੀ ਕਿੰਨੀ ਠੰਡ ਪਈ ਹੈ। ਅਸੀਂ ਤੇ ਮਾਪ ਲੈਂਦੇ ਹਾਂ ਗੁਰੂ ਕੇ ਸਵਾਰੋ, ਜਿਹੜਾ ਕੋਈ ਪੜ੍ਹਿਆ ਲਿਖਿਆ ਹੋਵੇਗਾ ਉਹ ਤੇ ਕੋਈ ਇੰਨੀ ਅੱਜ ਟੈਂਪਰੇਚਰ ਇੰਨਾ ਰਿਹਾ, ਕੱਲ ਟੈਂਪਰੇਚਰ ਇੰਨਾ ਸੀ। ਪਰ ਪੇਂਡੂ ਭਾਸ਼ਾ ਵਿੱਚ ਜਦੋਂ ਕੋਈ ਪੁਰਾਣੇ ਸਮੇਂ ਵਿੱਚ ਮਾਪਦਾ ਸੀ ਵੀ ਅੱਜ ਠੰਡ ਕਿੰਨੀ ਪਈ, ਤੇ ਉਹ ਇਹ ਨਹੀਂ ਸਨ ਕਹਿੰਦੇ ਵੀ ਅੱਜ ਟੈਂਪਰੇਚਰ ਇੰਨਾ ਲੋ ਹੋ ਗਿਆ, ਇੰਨਾ ਹੋ ਗਿਆ। ਕਿਉਂਕਿ ਸਿੱਧੇ ਸਾਦੇ ਪੁਰਸ਼ ਨੇ ਤੇ ਉਹਨਾਂ ਨੇ ਇਹੀ ਗੱਲ ਕਹਿਣੀ ਵੀ ਇੰਨੀ ਠੰਡ ਪਈ ਹੈ, ਬਾਹਰ ਕੱਕਰ ਜੰਮਿਆ ਹੋਇਆ। ਇਹਦਾ ਮਤਲਬ ਇਹ ਹੈ ਵੀ ਸਟੀਮ ਦੀ ਠੰਡ ਹੈ, ਬਹੁਤ ਜ਼ਿਆਦਾ ਠੰਡ ਪਈ ਹੈ। ਤੇ ਸਤਿਗੁਰਾਂ ਨੇ ਇਹ ਸ਼ਬਦ ਵਰਤਿਆ, ਕਹਿ ਲਗੇ ਪੋਖ ਦਾ ਮਤਲਬ ਹੈ ਪੋ, ਤੁਖਾਰ ਦਾ ਮਤਲਬ ਹੈ ਕੱਕਰ। ਅੱਤ ਦੀ ਠੰਡ, ਅੱਤ ਦੀ ਸਰਦੀ। ਸ਼ਬਦ ਵਰਤਦੇ ਨਾ ਅਗਲਾ ਬਚਨ ਵਿੱਚ ਨਹੀਂ, ਇਹਦਾ ਅਰਥ ਹੈ ਨਹੀਂ। ਫਿਰ ਬੇਨਤੀ ਸੁਣੋ, ਪੋਖ ਦਾ ਮਤਲਬ ਹੈ ਪੋ, ਤੁਖਾਰ ਦਾ ਮਤਲਬ ਹੈ ਕੱਕਰ। ਨਾ ਇੱਥੇ ਸ਼ਬਦ ਵਰਤਿਆ, ਇਹਦੇ ਅਰਥ ਨੇ ਨਹੀਂ। ਵਿਆਪਈ, ਵਿਆਪਈ ਦਾ ਮਤਲਬ ਹੈ ਬੰਦੇ ਨੂੰ ਲੱਗਦਾ ਨਹੀਂ, ਵਿਆਪਦਾ ਨਹੀਂ ਹੈ, ਪਹੁੰਚਦਾ ਨਹੀਂ। ਕਹਿ ਲਗੇ ਬੰਦੇ ਨੂੰ ਕੱਕਰ ਨਹੀਂ ਪਹੁੰਚਦਾ। ਪੋਹ ਦੇ ਮਹੀਨੇ ਦੇ ਵਿੱਚ ਦੇਖੋ ਇਹਦੇ ਅਧਿਆਤਮਕ ਅਰਥ ਨੇ। ਠੰਡ ਪੈਂਦੀ ਹੈ, ਗੁਰੂ ਜਦੋਂ ਉਪਦੇਸ਼ ਕਰਦੇ ਨੇ ਤੇ ਪਹਿਲਾਂ ਅਧਿਆਤਮਕਤਾ ਦਾ ਉਪਦੇਸ਼ ਦਿੰਦੇ ਨੇ। ਸਮਾਜਿਕ ਵੀ ਉਪਦੇਸ਼ ਹੈ, ਸਾਰੀ ਦੁਨੀਆ ਵਿੱਚ ਕਿਵੇਂ ਵਿਚਰਨਾ ਇਹ ਵੀ ਉਪਦੇਸ਼ ਹੈ। ਪਰ ਮੁੱਢਲੇ ਤੌਰ ਤੇ ਗੁਰਬਾਣੀ ਵਿੱਚ ਗੁਰੂ ਕੇ ਸਵਾਰੋ ਜਿਹੜਾ ਉਪਦੇਸ਼ ਹੈ ਉਹ ਅਧਿਆਤਮਕ ਉਪਦੇਸ਼ ਹੈ, ਜਿਹੜਾ ਕਿ ਸਿਰਮੌਰ ਉਪਦੇਸ਼ ਹੈ। ਤੋ ਸਤਿਗੁਰੂ ਜੀ ਬਚਨ ਕਰਦੇ ਨੇ ਵੀ ਨਾ ਵਿਆਪਈ, ਉਹਨੂੰ ਨਹੀਂ ਵਿਆਪਦਾ, ਉਸ ਜੀਵ ਨੂੰ, ਉਸ ਜੀਵ ਇਸਤਰੀ ਨੂੰ ਨਹੀਂ ਵਿਆਪਦਾ ਕੱਕਰ, ਪਾਲਾ, ਠੰਡ। ਕਿਹਨੂੰ ਕਹਿੰਦੇ? ਕੰਠ। ਕੰਠ ਦਾ ਮਤਲਬ ਹੈ ਗਲਾ। ਮਿਲਿਆ ਦਾ ਮਤਲਬ ਹੈ ਮਿਲਿਆ ਹੋਇਆ। ਇਹ ਸ਼ਬਦ ਦੀ ਤੇ ਅਰਥ ਸਿੱਧੇ ਸਮਝ ਆ ਜਾਣਗੇ। ਹਰ ਨਾ ਹੋ, ਹਰ ਦਾ ਮਤਲਬ ਹੈ ਵਾਹਿਗੁਰੂ, ਪਰਮੇਸ਼ਰ। ਇਹ ਸ਼ਬਦ ਬਾਣੀ ਵਿੱਚ ਬਹੁਤ ਵਾਰੀ ਆਇਆ। ਹਰ ਦਾ ਮਤਲਬ ਹੈ ਪਰਮੇਸ਼ਰ। ਅੱਗੇ ਸ਼ਬਦ ਹੈ ਨਾਹੋ। ਨਾਹੋ ਦਾ ਮਤਲਬ ਹੈ ਪਤੀ। ਇਹ ਸ਼ਬਦ ਵੀ ਬਾਣੀ ਵਿੱਚ ਕਈ ਵਾਰੀ ਆਇਆ। ਕਹਿਣ ਲੱਗੇ ਪੋਹ ਦੇ ਮਹੀਨੇ ਵਿੱਚ ਉਸ ਜੀਵ ਇਸਤਰੀ ਨੂੰ, ਜਿਗਿਆਸੂ ਜਨ ਜੀਵ ਇਸਤਰੀ ਨੂੰ ਕੱਕਰ ਨਹੀਂ ਵਿਆਪਦਾ, ਪਾਲਾ ਨਹੀਂ ਵਿਆਪਦਾ। ਕੰਠ ਮਿਲਿਆ ਹਰ ਨਾ, ਜਿਹਦੇ ਗਲੇ ਅੰਦਰ ਪਰਮ ਪਿਤਾ ਪਰਮੇਸ਼ਵਰ ਵਾਹਿਗੁਰੂ ਜੀ ਮਿਲਿਆ ਹੋਇਆ ਹੈ। ਇਹਦੇ ਅਰਥ ਇਹ ਨੇ ਵੀ ਜਿਹਨੂੰ ਰੱਬ ਨੇ ਆਪਣੇ ਨਾਲ ਮਿਲਾ ਲਿਆ, ਉਹਨੂੰ ਕੱਕਰ ਕਹਿੰਦੇ ਨਹੀਂ ਵਿਆਪਦਾ। ਔਰ ਇੱਕ ਗੱਲ ਚੇਤੇ ਰੱਖਣਾ, ਫਿਰ ਇਹ ਸੋਚੀਏ ਬਈ ਐਡਾ ਪੁਰਸ਼ਾਰਥ ਕਰਨਾ ਪਏਗਾ ਪਾਲਾ ਦੂਰ ਕਰਨ ਵਾਸਤੇ। ਸਾਡੇ ਕੋਲ ਤੇ ਤਰੀਕੇ ਬੜੇ ਸੌਖੇ ਨੇ ਬੈਰੂਨੀ ਤੌਰ ਤੇ, ਪਰ ਮੈਂ ਪਹਿਲਾਂ ਬੇਨਤੀ ਕੀਤੀ ਅਧਿਆਤਮਕ ਉਪਦੇਸ਼ ਹੈ। ਬੰਦਾ ਸੋਚੇਗਾ ਕੋਈ ਗਰਮ ਕਿਸੇ ਸਾਧਨ ਦੀ ਵਰਤੋਂ ਕਰ ਲਓ, ਪਾਲਾ ਖਤਮ ਹੋ ਜਾਏਗਾ, ਠੰਡ ਖਤਮ ਹੋ ਜਾਏਗੀ। ਲੇਪ ਤਲਾਈਆਂ ਦੀ ਵਰਤੋਂ ਕਰ ਲਓ, ਇਹ ਤੇ ਕੰਮ ਹੀ ਬੜਾ ਕਠਿਨ ਹੈ।
ਸਤਿਗੁਰੂ ਕਹਿ ਲੱਗੇ ਚੇਤੇ ਰੱਖੀ ਇਹ ਕੱਕਰ ਆਹ ਪਾਲਾ ਜਿਹੜਾ ਹੈ ਇਹਦੇ ਰਾਹੀਂ ਉਪਦੇਸ਼ ਅਧਿਆਤਮਕ ਦਿੱਤਾ। ਕਹਿੰਦੇ ਚੇਤੇ ਰੱਖੀ ਆਹ ਠੰਡ ਜਿਹੜੀ ਬਾਹਰ ਦੀ ਹੈ ਇਹ ਲੇਪ ਤਲਾਈਆਂ ਤੇ ਗਰਮ ਸਾਧਨਾ ਨਾਲ ਤੂੰ ਖਤਮ ਕਰ ਸਕਦਾ ਹੈ, ਪਰ ਇੱਕ ਕੱਕਰ ਅੰਦਰ ਦਾ ਹੈ, ਇੱਕ ਕੱਕਰ ਇੱਕ ਠੰਡ ਅੰਦਰ ਦੀ ਹੈ। ਉਹ ਕੀ ਹੈ? ਜਿੰਨੇ ਵਿਕਾਰ ਨੇ, ਜਿੰਨੀਆਂ ਵਾਸ਼ਨਾ ਨੇ, ਜਿੰਨਾ ਅੰਦਰ ਤੇਰੇ ਭਰਿਆ ਹੋਇਆ ਨਾ ਔਗਣ, ਕਹਿੰਦੇ ਆ ਜਿਹੜਾ ਕੱਕਰ ਹੈ ਇਹਨੂੰ ਕਿਵੇਂ ਦੂਰ ਕਰੇਗਾ? ਇਹ ਤੇ ਰੱਬ ਕੰਠ ਨਾਲ ਮਿਲੇਗਾ, ਰੱਬ ਨਾਲ ਮਿਲਾਪ ਹੋਵੇਗਾ। ਤੇ ਗੁਰਦੇਵ ਕਹਿੰਦੇ ਨੇ ਆ ਜਿਹੜਾ ਕੱਕਰ ਹੈ ਇਹ ਤਾਂ ਦੂਰ ਹੋਣਾ ਹੈ। ਸਾਹਿਬ ਦਾ ਬਚਨ, ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾ ਹੋ। ਉਹਨਾਂ ਨੂੰ ਕਹਿੰਦੇ ਤੁਖਾਰ ਕੱਕਰ ਨਹੀਂ ਵਿਆਪਦਾ ਜਿਨ੍ਹਾਂ ਨੂੰ ਦੇ ਗਲੇ ਪਰਮ ਪਿਤਾ ਪਰਮੇਸ਼ਵਰ ਵਾਹਿਗੁਰੂ ਜੀ ਮਿਲਿਆ ਹੋਇਆ ਹੈ। ਅਗਲਾ ਬਚਨ ਕਹਿੰਦੇ ਮਨ ਵੇਦਿਆ, ਵੇਦਿਆ ਦਾ ਮਤਲਬ ਵਿੰਨਿਆ ਹੋਇਆ। ਮਹਾਂਪੁਰਸ਼ ਬਚਨ ਕਰਿਆ ਕਰਦੇ ਸਨ, ਅਸੀਂ ਆਮ ਕਹਿੰਦੇ ਵੀ ਫਲਾਣੇ ਨਾਲ ਗੁਰੂ ਨਾਲ ਜੁੜਨਾ ਚਾਹੀਦਾ। ਵਾਹਿਗੁਰੂ ਆਮ ਜਨ ਸਧਾਰਨ ਸ਼ਬਦ ਹੈ, ਗੁਰੂ ਨਾਲ ਜੁੜੀਏ, ਰੱਬ ਨਾਲ ਜੁੜੀਏ। ਮਹਾਂਪੁਰਸ਼ ਕਹਿੰਦੇ ਸਨ ਜੁੜਨਾ ਹੀ ਨਹੀਂ, ਕੱਲਾ ਵਿਝਣਾ ਹੈ ਗੁਰੂ ਨਾਲ, ਗੁਰੂ ਨਾਲ ਵਿਝ ਜਾਣਾ ਹੈ। ਜੁੜੇ ਹੋਏ ਦੀ ਕਿਸੇ ਵੇਲੇ ਸੰਭਾਵਨਾ ਹੁੰਦੀ ਹੈ ਉਖੜ ਜਾਏ। ਜਿਹੜੇ ਵਿਝੇ ਹੋਏ ਨੇ ਨਾ, ਜਿਹੜੇ ਚੁਭੇ ਹੋਏ ਨੇ, ਉਹਨਾਂ ਦੀ ਸੰਭਾਵਨਾ ਨਹੀਂ ਹੈ। ਵੇਖੋ ਕਲਗੀਧਰ ਪਾਤਸ਼ਾਹ ਜੀ ਨੇ ਇੱਕ ਬਚਨ ਵਰਤਿਆ, ਉਹਨਾਂ ਨੇ ਇਹ ਨਹੀਂ ਕਿਹਾ ਵੀ ਮੈਂ ਰੱਬ ਨਾਲ ਜੁੜਿਆ ਹੋਇਆ। ਖਿਆਲ ਕਰਿਓ, ਉਹਨਾਂ ਨੇ ਜਦੋਂ ਆਪਣੀ ਸਾਰੀ ਗੁਰੂ ਕੇ ਸਵਾਰੋ ਉਹ ਕਹਾਣੀ ਬਿਆਨ ਕਰਦੇ ਨੇ ਵੀ ਮੈਂ ਸੰਸਾਰ ਵਿੱਚ ਕਿਵੇਂ ਆਇਆ, ਕਿੱਥੇ ਤਪੱਸਿਆ ਕੀਤੀ, ਤਾਂ ਉਹਦੇ ਵਿੱਚ ਗੁਰੂ ਕੇ ਸਵਾਰੋ ਇੱਕ ਸ਼ਬਦ ਵਰਤਦੇ ਨੇ, ਕਹਿੰਦੇ ਚੁਭੀ ਰਹੀ ਸੁਰਤ ਪ੍ਰਭ ਚਰਨਨ। ਮੈਂ ਵੀ ਮੇਰੀ ਜਿਹੜੀ ਸੁਰਤ ਸੀ ਰੱਬ ਦੇ ਚਰਨਾਂ ਵਿੱਚ ਚੁਭੀ ਰਹੀ, ਇੱਕ ਮਿਕ ਹੋ ਗਏ। ਜਿਹੜਾ ਚੁਭਣਾ ਹੈ ਇਹ ਜੁੜਨ ਤੋਂ ਅੱਗੇ ਹੈ। ਜੁੜਨਾ ਵੀ ਚੰਗੀ ਗੱਲ, ਟੁੱਟੇ ਨਾਲੋਂ ਜੁੜਿਆ ਚੰਗਾ ਤੇ ਜੁੜੇ ਨਾਲੋਂ ਚੁਭਿਆ ਚੰਗਾ। ਇਹ ਚੇਤੇ ਰੱਖੋ। ਜਿੰਨਾ ਬੰਦਾ ਡੀਪ ਗੁਰੂ ਕੇ ਸਵਾਰ ਡੂੰਘਾ ਗੁਰੂ ਨਾਲ ਜੁੜੇਗਾ, ਬਾਣੀ ਨਾਲ ਜੁੜੇਗਾ, ਸੰਗਤ ਨਾਲ ਜੁੜੇਗਾ, ਉਹਨੂੰ ਜਿੰਨਾ ਮਰਜ਼ੀ ਕੋਈ ਉਹਦੇ ਕੰਨਾਂ ਵਿੱਚ ਫਿੱਕੀਆਂ ਗੱਲਾਂ ਪਾ ਦੇ, ਪੋਲੀਆਂ ਗੱਲਾਂ ਪਾ ਦੇ, ਨਿੰਦਿਆ ਚੁਗਲੀ ਪਾ ਦੇ, ਉਹ ਟੁੱਟਣ ਲਈ ਤਿਆਰ ਨਹੀਂ। ਉਹ ਕਹਿੰਦਾ ਨਹੀਂ, ਇਹ ਤਾਂ ਐਵੇਂ ਹਵਾ ਦੀਆਂ ਗੱਲਾਂ। ਤੇ ਜਿਹੜਾ ਕੱਲਾ ਉੱਤੋਂ ਉੱਤੇ ਹੀ ਹੋਵੇ, ਜੁੜਿਆ ਹੋਵੇ, ਤਾਂ ਉਹਨੂੰ ਕੋਈ ਗੱਲ ਕਹਿ, ਤੂੰ ਭਾਈ ਸੁਣਿਆ ਅੱਜ ਤੂੰ ਬੜਾ ਗੁਰਦੁਆਰਾ ਸਾਹਿਬ ਜਾਣਾ ਹੈ, ਗੁਰੂ ਘਰ ਜਾਣਾ ਹੈ, ਕੋਈ ਗੱਲ ਸੁਣੀ ਆ? ਪੁੱਛਿਆ ਕਿਹੜੀ ਗੱਲ? ਉੱਥੇ ਕਹਿੰਦੇ ਗੋਲਕ ਚੋਰੀ ਹੋ ਗਈ। ਅੱਛਾ, ਕਮਾਲ ਹੋ ਗਈ ਬਈ, ਏਡੇ ਮਾੜੇ ਬੰਦੇ, ਮੈਂ ਕੱਲ ਤੋਂ ਗੁਰਦੁਆਰੇ ਨਹੀਂ ਜਾਣਾ। ਦੇਖ ਲਓ, ਗੋਲਕ ਕਿਸੇ ਦੀ, ਗੁਰੂ ਘਰ ਦੀ ਚੋਰੀ ਹੋਈ, ਉਹ ਕਹਿੰਦਾ ਵੀ ਮੈਂ ਨਹੀਂ ਜਾਣਾ। ਮਤਲਬ ਜਿੰਨੇ, ਇਹਦਾ ਮਤਲਬ ਉਸ ਚੀਜ਼ ਨੂੰ ਅੰਦਰ ਸੁਣਨ ਲਈ, ਅੰਦਰ ਬਿਠਾਉਣ ਲਈ ਥਾਂ ਬਣੀ ਹੋਈ ਹੈ ਨਾ। ਤੇ ਜਿਹੜਾ ਚੁਭਿਆ ਹੋਇਆ ਨਾ, ਉਹ ਕਹਿੰਦਾ ਛੱਡ, ਇਹ ਤੇ ਸੰਸਾਰੀ ਗੱਲਾਂ ਨੇ। ਕਿਸੇ ਦੇ ਅੰਦਰ ਕੋਈ ਮਾੜੀ ਬਿਰਤੀ ਆ ਗਈ, ਆਪੇ ਸੁਧਰ ਜਾਏਗਾ, ਜਾਂ ਆਪੇ ਹੀ ਉਹਨੂੰ ਪਕੜ ਲਿਆ ਜਾਏਗਾ। ਮੈਂ ਆਪਣਾ ਆਪਾ ਜਿਹੜਾ ਉਹ ਖਰਾਬ ਨਹੀਂ ਕਰਨਾ। ਉਹ ਨਿੱਕੀ ਨਿੱਕੀ ਗੱਲ ਦੇ ਉੱਤੇ ਆਪਣਾ ਮਨ ਨਹੀਂ ਉਖਾੜਦਾ। ਖਿਆਲ ਕਰਿਓ, ਨਿੱਕੀ ਨਿੱਕੀ ਗੱਲ ਤਾਂ ਛੱਡੋ, ਵੱਡੀ ਗੱਲ ਵੀ ਹੋਵੇ ਤਾਂ ਕੋਈ ਮਨ ਨਹੀਂ ਉਖਾੜਦਾ। ਉਹ ਕਹਿੰਦਾ ਨਹੀਂ, ਮੈਂ ਆਪਣੇ ਮਾਲਕ ਦੀ ਮਿਹਰ ਲੈਣੀ ਹੈ, ਬਖਸ਼ਿਸ਼ ਲੈਣੀ ਹੈ, ਉਹਦੀ ਕਿਰਪਾ ਲੈਣੀ ਹੈ। ਮੈਂ ਆਪਣਾ ਆਪਾ ਇਹਨਾਂ ਚੀਜ਼ਾਂ ਵਿੱਚ ਖਰਾਬ ਨਹੀਂ ਕਰਨਾ। ਉਹਨੂੰ ਇਹ ਚੁਭੇ ਹੋਏ ਦੀ ਨਿਸ਼ਾਨੀ ਹੈ, ਇਹ ਚੁਭੇ ਹੋਏ ਦੀ
ਨਿਸ਼ਾਨੀ ਹੈ। ਇੱਕ ਉਹ ਨਿਸ਼ਾਨੀ ਕੀ ਹੈ, ਮੈਂ ਤੁਹਾਨੂੰ ਸਾਖੀ ਦੇ ਰੂਪ ਵਿੱਚ ਦੱਸਾਂ। ਧੰਨ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਨਾਲ ਇੱਕ ਦਿਨ ਦੀਵਾਨ 'ਚ ਬੈਠਿਆਂ ਬੈਠਿਆਂ ਸਮਾਪਤੀ ਹੋ ਗਈ, ਪਰ ਉੱਠੇ ਨਹੀਂ। ਸਿੱਖਾਂ ਸੇਵਕਾਂ ਨੇ ਗੁਰੂ ਕੇ ਸਵਾਰਿਓ ਬੇਨਤੀ ਕੀਤੀ ਵੀ ਪਾਤਸ਼ਾਹ ਜੀ ਦੇ ਪ੍ਰਸ਼ਾਦ ਪਾਣੀ ਦਾ ਸਮਾਂ ਹੋ ਗਿਆ ਹੈ, ਪਰ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਹਾਲੇ ਉੱਠੇ ਨਹੀਂ। ਚਲੋ ਕੁਝ ਸਮੇਂ ਬਾਅਦ ਪਾਤਸ਼ਾਹ ਜੀ ਸਮਾਧੀ ਤੋਂ ਉਥਾਨ ਹੋਏ, ਉੱਠੇ ਤਾਂ ਸਿੱਖਾਂ ਨੇ ਪਿਆਰ ਨਾਲ ਪੁੱਛ ਲਿਆ, ਮਹਾਰਾਜ ਅੱਜ ਇੰਨਾ ਚਿਰ ਆਪ ਜੀ ਬੈਠੇ ਰਹੇ, ਕੀ ਗੱਲ ਸੀ? ਦੀਵਾਨ ਦੀ ਸਮਾਪਤੀ ਹੋ ਗਈ। ਤਾਂ ਜਿਹੜਾ ਗੁਰੂ ਸਾਹਿਬ ਜੀ ਨੇ ਉਪਦੇਸ਼ ਦਿੱਤਾ ਹੈ, ਖਿਆਲ ਕਰਿਓ, ਸਾਹਿਬ ਕਹਿਣ ਲੱਗੇ ਅਸਲ ਵਿੱਚ ਭਾਈ ਉੱਠ ਜਾਣਾ ਸੀ। ਇੱਕ ਸਿੱਖ ਨਾ ਅਮਕੀ ਜਗ੍ਹਾ ਤੇ, ਫਲਾਣੀ ਥਾਂ ਤੇ, ਇੱਕ ਸਿੱਖ ਫਲਾਣੀ ਥਾਂ ਤੇ ਜਪਜੀ ਸਾਹਿਬ ਦਾ ਪਾਠ ਬੜੇ ਪਿਆਰ ਨਾਲ, ਬੜੇ ਵਿਰਾਗ ਨਾਲ, ਬੜੀ ਲਗਨ ਨਾਲ ਕਰ ਰਿਹਾ ਸੀ। ਮੰਨ ਲਓ ਉਹਦੇ ਪਿਆਰ ਨੇ ਸਾਨੂੰ ਪਕੜ ਲਿਆ, ਅਸੀਂ ਉੱਠ ਨਹੀਂ ਸਕੇ। ਜਦੋਂ ਜਪਜੀ ਪੂਰੀ ਹੋਈ ਹੈ ਉਸ ਤੋਂ ਬਾਅਦ ਅਸੀਂ ਉੱਠੇ। ਇਹ ਖਿਆਲ ਕਰੋ, ਇਹਦਾ ਮਤਲਬ ਇਹ ਉਪਦੇਸ਼ ਦਿੱਤਾ ਹੈ ਵੀ ਉਹ ਵਿਜੇ ਹੋਏ ਦੀ ਨਿਸ਼ਾਨੀ ਆ ਹੈ। ਜਿਹੜਾ ਵਿਜਿਆ ਹੋਵੇ ਨਾ ਉਹਦੀ ਨਿਸ਼ਾਨੀ ਆ ਹੈ। ਇੱਕ ਹੋਰ ਘਟਨਾ ਜਿਹੜੀ ਕਿ ਸਾਨੂੰ ਪੜ੍ਹਨ ਲਈ ਗੁਰੂ ਕੇ ਸਵਾਰੋਂ ਮਿਲਦੀ ਹੈ, ਉਹ ਕਹਿੰਦੇ ਵੀ ਇੱਕ ਦਿਨ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਿਸੇ ਨੇ ਬੇਨਤੀ ਕੀਤੀ ਵੀ ਪਾਤਸ਼ਾਹ ਇੱਕ ਮਿਹਰ ਕਰਕੇ ਦੱਸੋ ਵੀ ਰਾਮ ਰਾਏ, ਆ ਮੇਰੀ ਬੇਨਤੀ ਧਿਆਨ ਨਾਲ ਸ਼ਰਵਣ ਕਰਿਓ, ਵੀ ਰਾਮ ਰਾਏ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਵਿੱਚੋਂ, ਸ੍ਰੀ ਹਰਕ੍ਰਿਸ਼ਨ ਵਿੱਚੋਂ ਕਿਹੜਾ ਪਿਆਰਾ ਹੈ, ਜਾਂ ਆਮ ਕਰਕੇ ਕਹਿ ਲਓ ਕਿਹੜਾ ਕਮਾਈ ਵਾਲਾ ਹੈ? ਕਹਿੰਦੇ ਦੋਵੇਂ ਬੜੇ। ਮਹਾਰਾਜ ਜੀ ਜਦੋਂ ਬੈਠੇ ਹੁੰਦੇ ਨੇ ਲੱਗਦਾ ਵੀ ਬੜੇ ਭਿੱਜੇ ਹੋਏ ਨੇ, ਲੀਨ ਨੇ। ਤੇ ਉਸ ਵੇਲੇ ਨਾ ਕਹਿੰਦੇ ਮਾਲਕ ਨੇ ਕਿਹਾ ਵੀ ਤੂੰ ਆਪ ਹੀ ਵੇਖ ਲੈ, ਇੱਕ ਸੂਈ ਨੁਮਾ ਕੋਈ ਚੀਜ਼ ਦਿੱਤੀ। ਦੋਵੇਂ ਬੈਠੇ ਸਨ, ਉਹ ਸੂਈ ਨੁਮਾ ਚੀਜ਼ ਦਿੱਤੀ, ਕਹਿ ਲੱਗੇ ਦੋਹਾਂ ਨੂੰ ਚੋਭ ਕੇ ਵੇਖ, ਤੈਨੂੰ ਪਤਾ ਚੱਲ ਜਾਏਗਾ। ਕਦੇ ਉਸ ਸਿੱਖ ਨੇ ਰਾਮ ਰਾਏ ਜੀ ਨੂੰ ਚੋਭੀ ਤੇ ਤੜਫ ਪਿਆ। ਕਹਿੰਦੇ ਤੈਨੂੰ ਪਤਾ ਨਹੀਂ ਤੂੰ ਮੈਨੂੰ ਕਿਹੜੀ ਚੀਜ਼ ਚੋਭੀ ਹੈ? ਮੈਨੂੰ ਬੜਾ ਦਰਦ ਹੋਇਆ, ਮਤਲਬ ਬਹੁਤ ਪਰੇਸ਼ਾਨ ਹੋ ਗਿਆ। ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਚੋਭ ਦਿੱਤੀ, ਉਸਨੇ ਸਤਿਗੁਰੂ ਜੀ ਬਿਲਕੁਲ ਅਡੋਲ, ਪਤਾ ਹੀ ਨਹੀਂ ਕਿ ਉਹ ਕਿਸੇ ਨੇ ਕੋਈ ਚੋਭ ਵੀ ਮਾਰੀ ਹੈ, ਬਿਲਕੁਲ ਨਹੀਂ। ਜਿਵੇਂ ਮੰਨ ਲਓ ਜਿਸ ਜਗ੍ਹਾ ਤੇ ਵਿਰਾਜਮਾਨ ਨੇ ਆਪਣੇ ਸਰੀਰ ਦਾ ਕੋਈ ਵੀ ਅੰਗ ਸਤਿਗੁਰਾਂ ਨੇ ਹਿਲਾਇਆ ਨਹੀਂ। ਸਿੱਖ ਨੇ ਕਿਹਾ ਮਹਾਰਾਜ ਮੈਨੂੰ ਪਤਾ ਚੱਲ ਗਿਆ, ਅਰਥ ਗੁਰੂ ਨੇ ਕਰ ਦਿੱਤੇ, ਆ ਵਿਜਿਆ ਹੋਇਆ ਹੈ। ਇਹ ਰੱਬ ਨਾਲ ਇੰਨਾ ਵਿਜਿਆ ਵੀ ਇਹਨੂੰ ਕਿਸੇ ਦੀ ਚੋਭ ਹੁਣ ਕੁਝ ਕਹਿ ਨਹੀਂ ਸਕਦੀ। ਰੱਬ ਨੇ ਇਹ ਉਪਦੇਸ਼ ਦਿੱਤਾ, ਸੰਦੇਸ਼ ਦਿੱਤਾ ਵੀ ਇੰਨਾ ਅੰਦਰ ਜੇ ਕਿਸੇ ਨਾਲ ਗੂੜੀ ਸਾਂਝ ਬਣਾਣੀ ਹੈ। ਮੈਂ ਕਈ ਵਾਰੀ ਪਿੱਛੇ ਬੇਨਤੀ ਕੀਤੀ ਸੀ, ਸੰਸਾਰੀ ਤੌਰ ਤੇ ਇਹਦੇ ਅਰਥ ਇਸ ਤਰ੍ਹਾਂ ਬਣਦੇ ਨੇ, ਜਿਹਦੇ ਨਾਲ ਬਹੁਤਾ ਲਗਾਅ ਹੋਵੇ ਨਾ, ਉਹ ਦੂਰ ਹੋ ਜਾਏ, ਪਾਸੇ ਹੋ ਜਾਏ, ਵਿਦੇਸ਼ ਵਿੱਚ ਚਲਾ ਜਾਏ, ਕੁਝ ਦਿਨ ਬਾਹਰ ਚਲਾ ਜਾਏ, ਤਾਂ ਬੰਦਾ ਕਹਿੰਦਾ ਭਾਈ ਜਲਦੀ ਆ ਜਾ, ਮੇਰਾ ਤੇਰੇ ਬਿਨਾਂ ਦਿਲ ਨਹੀਂ ਲੱਗਦਾ। ਪੁੱਤ ਚਲਾ ਜਾਏ ਦੂਰ, ਮਾਂ 2 4 10 ਦਿਨ ਭਾਵੇਂ ਆਪਣੇ ਪੇਕਿਆਂ ਕੋਲ ਹੀ ਘੱਲ ਦੇ, ਕਾਕਾ ਆਪਣੇ ਮਾਮਿਆਂ ਨੂੰ ਮਿਲਿਆ, ਮਾਂ ਨੂੰ ਪਤਾ ਉੱਥੇ ਸੇਫ ਹੈ, ਸਭ ਕੁਝ ਉਹਦਾ
ਉਹਨੂੰ ਪਿਆਰ ਮਿਲਦਾ ਹੋਵੇਗਾ, ਪਰ ਕੁਝ ਦਿਨਾਂ ਬਾਅਦ ਕਹੇਗੀ ਪੁੱਤਰਾ ਤੂੰ ਹੁਣ ਆ ਜਾ, ਮੇਰਾ ਦਿਲ ਨਹੀਂ ਲੱਗਦਾ। ਇਹਦਾ ਮਤਲਬ ਇਹ ਹੈ ਕਿ ਉਹਦਾ ਉਨਾ ਹੀ ਉਹਦੇ ਨਾਲ ਡੂੰਘਾ ਪਿਆਰ ਹੈ। ਇਸ ਗੱਲ ਦਾ ਇਹ ਪ੍ਰਮਾਣ ਹੈ ਇਸ ਗੱਲ। ਤੇ ਜਦੋਂ ਕੋਈ ਭਗਤ ਨੂੰ ਵੇਖੋ, ਉਹ ਕਹਿੰਦੇ ਨੇ ਰੱਬਾ ਮੇਰਾ ਤੇਰੇ ਬਿਨਾਂ ਦਿਲ ਨਹੀਂ ਹੋ ਲੱਗਦਾ। ਆ ਵਿਝੇ ਹੋਏ ਦੀ ਨਾ ਗੱਲ ਨੂੰ ਭਗਤ ਨਾਮਦੇਵ ਸਾਹਿਬ ਨੇ ਬਿਆਨ ਕੀਤਾ। ਉਹ ਕਹਿੰਦੇ ਮੇਰਾ ਦਿਲ ਨਹੀਂ ਹੋ ਲੱਗਦਾ। ਆ ਪੰਜਾਬੀ ਦੇ ਅਰਥ ਸਿੱਧੇ ਹੀ ਕਰ ਲਓ ਤੇ ਸ਼ਬਦ ਇਹ ਨੇ, ਕਹਿੰਦੇ ਮੋਹੇ ਲਾਗਤੀ ਤਾਲਾ ਬੇਲੀ, ਕਹਿੰਦੇ ਮੈਨੂੰ ਕੰਬਣੀ ਛਿੜ ਜਾਂਦੀ ਹੈ, ਮੈਂ ਬੜਾ ਤੜਫ ਜਿਹਾ ਜਾਨਾ ਵਾਂ। ਤੇ ਪ੍ਰਮਾਣ ਦਿੱਤਾ ਵੀ ਕਿਵੇਂ ਤੜਫਦਾ, ਰੱਬਾ ਤੇਰੇ ਬਿਨਾ। ਤੂੰ ਮੈਨੂੰ ਕਹੇਗਾ ਵੀ ਐਵੇਂ ਐਵੇਂ ਨਾਮ ਦੇ ਐਵੇਂ ਗੱਲਾਂ ਕਰਦਾ, ਪਰ ਮੈਂ ਤੈਨੂੰ ਸੱਚ ਦੱਸਦਾ ਵੀ ਮੈਂ ਕਿਵੇਂ ਤੜਫਦਾ। ਉਦਾਹਰਨ ਦਿੱਤੀ ਮੋਹੇ ਲਾਗਤੀ ਤਾਲਾ ਬੇਲੀ, ਉਦਾਹਰਨ ਦਿੱਤੀ ਬਛੜੇ ਬਿਨ ਗਾਂ ਅਕੇਲੀ। ਕਹਿੰਦੇ ਜਿਵੇਂ ਗਾਂ ਆਪਣੇ ਬੱਚੇ ਤੋਂ ਬਿਨਾਂ ਤੜਪਦੀ ਹੈ ਨਾ, ਸੰਸਾਰੀ ਤੌਰ ਤੇ ਆਹੀ ਉਦਾਹਰਨ ਦਿਆਂਗਾ। ਕਹਿ ਲਗੇ ਰੱਬਾ ਨਾਮਦੇਵ ਤੇਰੇ ਬਿਨਾਂ ਇਸ ਤਰ੍ਹਾਂ ਤੜਫਦਾ, ਮੇਰਾ ਦਿਲ ਨਹੀਂ ਹੋ ਲੱਗਦਾ। ਮੋਹੇ ਲਾਗਤੀ ਤਾਲਾ ਬੇਲੀ, ਬਛੜੇ ਬਿਨ ਗਾਏ ਅਕੇਲੀ, ਪਾਣੀਆਂ ਬਿਨ ਮੀਨ ਤਲਪੈ। ਜਿਵੇਂ ਪਾਣੀ ਤੋਂ ਬਿਨਾਂ ਮੱਛੀ ਤੜਫਦੀ ਹੈ ਨਾ, ਤਿਉ ਰਾਮ ਨਾਮ ਬਿਨ ਵਾਪਰੋ ਨਾਮਾ। ਇਸੇ ਤਰ੍ਹਾਂ ਤੇਰੇ ਨਾਮ ਤੋਂ ਬਿਨਾਂ, ਤੇਰੀ ਬੰਦਗੀ ਤੋਂ ਬਿਨਾਂ ਵਿਚਾਰਾ ਨਾਮਦੇਵ ਇਸ ਤਰ੍ਹਾਂ ਤੜਫਦਾ ਹੈ। ਉਹ ਕਿਉਂਕਿ ਇਹ ਵਿਝੇ ਹੋਇਆਂ ਦੀ ਨਿਸ਼ਾਨੀ। ਜਿਹੜਾ ਕੱਲਾ ਗੁਰੂ ਕੇ ਸਵਾਰੇ ਵਿਝਿਆ ਨਹੀਂ, ਉਹਨੂੰ ਕੋਈ ਅਹਿਸਾਸ ਹੈ। ਉਹ ਕਹਿੰਦੇ ਕਿਹੜਾ ਰੱਬ ਲੈ। ਇਹ ਤਾਂ ਇਵੇਂ ਹੀ ਲੋਕਾਂ ਨੂੰ ਵਿਹਲੇ ਰੱਖਣ ਦਾ ਕੰਮ ਬਣਾਤਾ ਵੀ ਮਾਲਾ ਫੇਰੋ, ਬੰਦਗੀ ਕਰੋ ਤੇ ਕੰਮ ਸਾਰੇ ਰੱਬ ਕਰੇਗਾ। ਇਹ ਕਿਵੇਂ ਹੋ ਸਕਦਾ? ਇਹ ਤਾਂ ਭਾਈ ਬੰਦੇ ਨੂੰ ਆਪ ਕੰਮ ਕਰਨੇ ਚਾਹੀਦੇ ਨੇ। ਮੈਂ ਨਹੀਂ ਕਹਿੰਦਾ ਨਹੀਂ ਕਰਨੇ ਚਾਹੀਦੇ। ਇਹ ਤਾਂ ਕਹਿੰਦਾ ਐਵੇਂ ਲੋਕਾਂ ਨੂੰ ਵਿਹਲਣ ਬਣਾਉਣ ਲਈ ਹੱਥ 'ਚ ਮਾਲਾ ਫੜਾ ਦਿੱਤੀ। ਤੇ ਕਮਾਲ ਦੀ ਗੱਲ ਹੈ, ਜਿਹੜੇ ਆਪਣੇ ਜ਼ੋਰ 'ਤੇ ਕੰਮ ਕਰਨਾ ਚਾਹੁੰਦੇ ਸਾਰੀ ਜ਼ਿੰਦਗੀ ਕਰਦੇ ਰਹਿੰਦੇ ਨੇ, 100 ਦਾ ਇੱਕ ਵੀ ਨਹੀਂ, ਰੋਂਦੇ ਫਿਰ ਵੀ ਨਹੀਂ। ਜਿਹੜੇ ਕਹਿੰਦੇ ਨੇ ਆਪਣੇ ਬਾਹੂ ਬਲ ਨਾਲ ਹੀ ਸਾਰਾ ਕੁਝ ਚੱਲ ਜਾਣਾ, ਸਾਰੀ ਜ਼ਿੰਦਗੀ ਇਹ ਪੂਣੀ ਕੱਤਦੇ ਰਹਿੰਦੇ ਨੇ, ਪਿੰਨਾ ਫਿਰ ਵੀ ਨਹੀਂ ਵੜਿਆ ਜਾਂਦਾ। ਕਿਸੇ ਨੂੰ ਪੁੱਛ ਕੇ ਵੇਖ ਲਓ। ਪਰ ਖੈਰ ਕਿਰਤ ਵੀ ਕਰੇ ਤੇ ਕੀਰਤੀ ਵੀ ਕਰੇ, ਇਹ ਜੀਵਨ ਦਾ ਲਕਸ਼ ਹੈ। ਤੋ ਖੈਰ ਸਤਿਗੁਰੂ ਕਹਿ ਲੱਗੇ ਵੀ ਵਿਝਿਆ ਵਿਝ ਜਾਏ, ਮਨ ਬੇਦਿਆ ਚਰਨਾਰ ਬਿੰਦ। ਚਰਨਾਰ ਬਿੰਦ ਦਾ ਮਤਲਬ ਹੈ ਚਰਨ ਕਮਲ। ਕਵੀ ਸੰਤੋਖ ਸਿੰਘ ਸਾਹਿਬ ਜੀ ਨੇ ਨਾ ਬੜੇ ਪਿਆਰੇ ਬਚਨ ਕਹੇ ਨੇ। ਉਹ ਕਹਿੰਦੇ ਨੇ ਵੀ ਕਮਲ, ਗੁਰੂ ਕੇ ਚਰਨਾਂ ਨੂੰ ਕਮਲ ਨਾਲ ਤਸ਼ਬੀਹ ਦਿੱਤੀ। ਉਹਨਾਂ ਨੇ ਅੱਗੇ ਵੀ ਕਿਹਾ ਵੀ ਜਿਹੜਾ ਕਮਲ ਹੈ, ਕਮਲ ਤਾਂ ਵੈਸੇ ਸੂਰਜ ਛੁਪਣ ਨਾਲ ਬੰਦ ਵੀ ਹੋ ਜਾਂਦਾ, ਉਹਦੀਆਂ ਪਖੜੀਆਂ ਬੰਦ ਹੋ ਜਾਂਦੀਆਂ। ਪਰ ਕਹਿੰਦੇ ਗੁਰੂ ਕੇ ਚਰਨ ਤਾਂ ਇਦੋਂ ਅੱਗੇ ਨੇ। ਅਸੀਂ ਵੈਸੇ ਕਹਿੰਦੇ ਹਾਂ ਗੁਰੂ ਸਾਹਿਬ ਦਾ ਸੁਖਾਸਨ ਕਰ ਦਿੱਤਾ, ਕਰਦੇ ਹਾਂ ਆਪਾਂ, ਪਰ ਸਤਿਗੁਰੂ ਤੇ ਹਮੇਸ਼ਾ ਹੀ ਜਾਗਦਾ ਵੀ ਹੈ। ਉਹਦੇ ਚਰਨ ਤੇ ਦਿਨ ਰਾਤ ਹਰ ਵੇਲੇ ਹੀ ਖਿੜੇ ਹੋਏ ਨੇ। ਫਿਰ ਦੂਜੀ ਗੱਲ ਉਹ ਕਹਿੰਦੇ ਨੇ ਵੀ ਕਮਲ ਜਿਹੜਾ ਆਪਣੇ ਭੌਰਿਆਂ ਨੂੰ ਨਾ, ਜਿਹੜਾ ਭੌਰਾ ਆਵੇ ਤੇ ਕਮਲ ਖਿੜਿਆ ਹੋਵੇ, ਤੇ ਭੌਰਾ ਆਉਂਦਾ ਉਹਦੇ ਤੋਂ ਮਕਰੰਦ ਚੂਸਦਾ, ਮਕਰੰਦ ਚੂਸਦਾ ਤੇ ਇੰਨਾ ਲੀਨ ਹੋ ਜਾਂਦਾ, ਸ਼ਾਮਾਂ ਪੈ ਜਾਂਦੀਆਂ ਨੇ, ਸੂਰਜ ਡੁੱਬ ਗਿਆ। ਤੇ ਕਮਲ ਦਾ ਸੁਭਾਅ ਹੈ ਜਦੋਂ ਸੂਰਜ ਡੁੱਬ ਗਿਆ ਉਹਦੀਆਂ ਪੰਖੜੀਆਂ ਬੰਦ ਹੋ ਜਾਂਦੀਆਂ। ਪੰਖੜੀਆਂ ਬੰਦ ਹੋ ਗਈਆਂ ਤੇ ਜਿਹੜਾ ਭੌਰਾ ਹੈ ਉਹਨੂੰ ਵਿਚਾਰੇ ਨੂੰ ਉੱਡਣਾ ਭੁੱਲ ਗਿਆ। ਉਹ ਤਾਂ ਮਕਰੰਦ ਵਿੱਚ ਇੰਨਾ ਲੀਨ ਹੈ, ਉਹਨੂੰ ਪਤਾ ਹੀ ਨਹੀਂ ਲੱਗਾ ਟਾਈਮ ਕਦੋਂ ਲੰਘ ਗਿਆ। ਪੰਖੜੀਆਂ ਬੰਦ ਹੋ ਗਈਆਂ ਤੇ ਉਹ ਵਿਚਾਰਾ ਉਹਦੇ ਵਿੱਚ ਹੀ ਮਰ ਗਿਆ। ਕਵੀ ਜੀ ਕਹਿੰਦੇ ਉਹ ਕਮਲ ਤੇ ਦਿੰਦਾ ਹੈ ਆਪਣੇ ਪਿਆਰੇ ਨੂੰ ਮੌਤ। ਉਹ ਭੌਰਾ ਉਹਦਾ ਪਿਆਰਾ ਹੀ ਹੈ ਨਾ, ਤਾਂ ਹੀ ਜਾਂਦਾ ਉਹਦੇ ਕੋਲ, ਉਹ ਕਰਦਾ ਉਹਦੇ ਨਾਲ ਪਿਆਰ। ਕਹਿੰਦਾ ਉਹ ਕਮਲ ਤੇ ਦਿੰਦਾ ਉਹਨੂੰ ਮੌਤ, ਤੇ ਗੁਰੂ ਕੇ ਚਰਨ ਦਿੰਦੇ ਨੇ ਆਪਣੇ ਸੇਵਕ ਨੂੰ ਜੀਵਨ।
ਗੁਰੂ ਕੇ ਚਰਨ ਜ਼ਿੰਦਗੀ ਦਿੰਦੇ ਨੇ। ਤੇ ਜੀਵਨ ਵੀ ਐਸਾ ਜਿਹਦਾ ਸਾਨੀ ਕੋਈ ਨਹੀਂ। ਕਿ ਸਾਹਿਬ ਨੇ ਬਚਨ ਕੀਤਾ, ਜੀਵਨੋਂ ਮੈਂ ਜੀਵਨ ਪਾਇਆ। ਕਹਿੰਦੇ ਦੁਨੀਆ ਦੇ ਲੋਕੋ, ਮੈਂ ਜੀਵਨਾਂ ਵਿੱਚੋਂ ਜੀਵਨ ਪ੍ਰਾਪਤ ਕੀਤਾ। ਗੁਰਮੁਖ ਭਾਏ ਰਾਮ, ਮੈਂ ਗੁਰੂ ਦੁਆਰਾ ਰੱਬ ਨੂੰ ਪਾ ਗਿਆ। ਤੇ ਜਿਹੜਾ ਜੀਵਨ ਮੈਨੂੰ ਮਿਲਿਆ, ਮੈਂ ਕਈ ਚਾਹੁੰਦਾ ਵਾਂ ਰੱਬਾ ਇਹ ਜੀਵਨ ਹਰ ਇੱਕ ਨੂੰ ਮਿਲੇ। ਇਹ ਗੁਰੂ ਉਹਦੇ ਚਰਨ ਕਮਲ ਇੰਨੀ ਸਮਰੱਥਾ ਵਾਲੇ। ਸਤਿਗੁਰੂ ਜੀ ਨੇ ਬਚਨ ਕੀਤਾ ਵੀ, ਖੈਰ ਆਪਾਂ ਉਸ ਵਿਚਾਰ ਤੇ ਆਉਂਦੇ ਹਾਂ। ਮਨ ਬੇਦਿਆ ਚਰਨਾਰ ਬਿੰਦ, ਉਹਨੂੰ ਤੁਖਾਰ ਤਾਂ ਨਹੀਂ ਵਿਆਪਿਆ, ਪਾਲਾ ਤਾਂ ਨਹੀਂ ਵਿਆਪਿਆ ਕਿ ਉਹਦਾ ਮਨ ਬੇਦਿਆ ਜਿਹੜਾ ਸੀ ਉਹ ਗੁਰੂ ਦੇ ਚਰਨ ਕਮਲਾਂ ਵਿੱਚ ਵਿੱਝ ਗਿਆ, ਇੰਨਾ ਲੀਨ ਹੋ ਗਿਆ। ਅਗਲਾ ਬਚਨ, ਦਰਸ਼ਨ ਲਗੜਾ ਸਾਹੋ, ਉਹਦਾ ਸਾਹ ਹਰ ਇੱਕ ਦਮ ਦਰਸ਼ਨਾਂ ਦੀ ਤਾਂਘ ਵਿੱਚ ਜੁੜ ਗਿਆ। ਹਰ ਇੱਕ ਜਿਹੜਾ ਸਾਹ ਸੀ ਨਾ, ਉਹ ਕਹਿੰਦੇ ਵੀ ਰੱਬਾ ਕਦੋਂ ਦੀਦਾਰ ਦੇਵੇਂਗਾ, ਕਦੋਂ ਬਖਸ਼ੇਂਗਾ ਦਰਸ਼ਨ। ਆ ਬਚਨ ਹੈ ਨਾ, ਦਰ ਮਾਦੇ ਠਾਡੇ ਦਰਬਾਰ। ਠਾਡੇ ਦਾ ਮਤਲਬ ਤੇਰੇ ਦਰ ਦੇ ਉੱਤੇ ਖਲੋਤੇ ਹੋਏ ਆ। ਦਰ ਮਾਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੇ ਕੋ ਮੇਰੀ। ਤੇਰੇ ਤੋਂ ਬਿਨਾ ਮੇਰਾ ਵੱਲ ਧਿਆਨ ਕਿੰਨੇ ਕਰਨਾ ਰੱਬਾ। ਦਰਸ਼ਨ ਦੀਜੈ ਖੋਲ ਕਵਾਰ, ਆ ਖੋਲ ਆਪਣੇ ਦਰਵਾਜ਼ੇ ਤੇ ਮੈਨੂੰ ਆਪਣੇ ਦਰਸ਼ਨ ਦੇ ਦੇ। ਇਹਨੂੰ ਕਹਿੰਦੇ ਨੇ ਦਰਸ਼ਨ ਲਗੜਾ ਸਾਹੋ। ਹਰ ਇੱਕ ਦਮ, ਹਰ ਇੱਕ ਸਵਾਸ ਉਸ ਮਾਲਕ ਦੇ ਦਰਸ਼ਨਾਂ ਦੇ ਵਿੱਚ ਲੱਗਿਆ। ਇਸ ਕਰਕੇ ਉਹਨੂੰ ਤੁਖਾਰ ਨਹੀਂ ਵਿਆਪਿਆ। ਅਗਲਾ ਬਚਨ ਕਹਿੰਦੇ, ਓਟ ਗੋਬਿੰਦ ਗੋਪਾਲ ਰਾਏ। ਗੋਬਿੰਦ ਗੋਪਾਲ ਰਾਏ। ਗੋਬਿੰਦ ਦਾ, ਗੋਪਾਲ ਦਾ ਮਤਲਬ ਹੈ ਪਾਲਣਾ ਕਰਨ ਵਾਲਾ, ਧਰਤੀ ਦਾ ਪਾਲਣਹਾਰ। ਗੋਬਿੰਦ ਸਭ ਦਾ ਮਾਲਕ। ਰਾਏ ਦਾ ਮਤਲਬ ਹੈ ਸਾਰੇ ਰਾਜਿਆਂ ਦਾ ਰਾਜਾ। ਕੌਣ ਹੈ? ਅਕਾਲ ਪੁਰਖ ਵਾਹਿਗੁਰੂ। ਤੁਮ ਹੋ ਸਭ ਰਾਜਨ ਕੇ ਰਾਜਾ। ਸਤਿਗੁਰੂ ਕਹਿੰਦੇ ਨੇ ਵੀ ਓਟ ਗੋਬਿੰਦ ਗੋਪਾਲ ਰਾਏ। ਉਹ ਜਿਨ੍ਹਾਂ ਦਾ ਮਨ ਵਿੱਝ ਜਾਏ, ਉਹ ਰੱਬ ਦੇ ਉੱਤੇ ਓਟ ਰੱਖਦੇ ਨੇ, ਰੱਬ ਤੇ ਆਪਣਾ ਭਰੋਸਾ ਰੱਖਦੇ ਨੇ। ਓਟ ਗੋਬਿੰਦ ਗੋਪਾਲ ਰਾਏ, ਉਸ ਮਾਲਕ ਦੇ ਉੱਪਰ ਆਪਣਾ ਭਰੋਸਾ ਰੱਖਦੇ ਨੇ। ਸੇਵਾ ਸੁਆਮੀ ਲਾਹੋ, ਤੇ ਸੁਆਮੀ ਦੀ ਸੇਵਾ, ਮਾਲਕ ਦੀ ਸੇਵਾ ਦਾ ਲਾਭ ਲੈਂਦੇ ਰਹਿੰਦੇ। ਰੱਬ ਤੇ ਭਰੋਸਾ ਰੱਖਿਆ ਤੇ ਸੇਵਾ ਕਰਦੇ ਨੇ ਉਹਦੀ। ਆ ਸੰਗਤ ਦੀ ਸੇਵਾ ਰੱਬ ਦੀ ਸੇਵਾ, ਗੁਰੂ ਘਰ ਦੀ ਸੇਵਾ ਰੱਬ ਦੀ ਸੇਵਾ। ਖਿਆਲ ਕਰੇ, ਯਤਨ ਇਹ ਕਰਨਾ ਚਾਹੀਦਾ ਹੈ। ਭਾਵੇਂ ਬੜੇ ਸਾਧਨ ਅੱਜ ਦੇ ਸਮੇਂ ਵਿੱਚ, ਜ਼ਮਾਨੇ ਵਿੱਚ ਆ ਗਏ ਨੇ। ਪ੍ਰਸ਼ਾਦੀ ਬਣਾਉਣ ਵਾਲੀਆਂ ਮਸ਼ੀਨਾਂ ਨੇ, ਸਬਜ਼ੀ ਬਣਾਉਣ ਵਾਲੀਆਂ ਮਸ਼ੀਨਾਂ ਨੇ, ਭਾਂਡੇ ਧੋਣ ਵਾਲੀਆਂ ਵੀ ਮਸ਼ੀਨਾਂ ਆ ਗਈਆਂ ਹੋਣਗੀਆਂ, ਸਫਾਈ ਕਰਨ ਵਾਲੀਆਂ ਵੀ ਮਸ਼ੀਨਾਂ ਆ ਗਈਆਂ ਹੋਣਗੀਆਂ। ਪਰ ਬੇਨਤੀ ਕਰਾਂ, ਇਹ ਚੀਜ਼ਾਂ ਘਰਾਂ ਵਿੱਚ ਵਰਤ ਲਾਓ, ਬਹੁਤ ਚੰਗੀ ਗੱਲ ਹੈ। ਪਰ ਚਲੋ ਜੇ ਬਤਾਤ ਵਿੱਚ ਗੁਰੂ ਘਰ ਵੀ ਵਰਤੀ ਜਾਏ ਤੇ ਮਾੜੀ ਨਹੀਂ। ਪਰ ਯਤਨ ਇਹ ਕਰੀਏ ਕਿ ਵੱਧ ਤੋਂ ਵੱਧ ਆਪਣੇ ਸਰੀਰ ਨਾਲ ਗੁਰੂ ਘਰ ਦੀ ਸੇਵਾ ਕਰੀਏ। ਹੱਥ ਲੱਗਣ, ਗੁਰੂ ਘਰ ਦੀ ਸੇਵਾ ਕਰੀਏ। ਸਾਡੇ ਮਹਾਂਪੁਰਸ਼ ਆ ਸਾਡੀਆਂ ਰੇਹੜੀਆਂ ਬਣੀਆਂ ਹੋਈਆਂ ਨੇ, ਕਈ ਵਾਰੀ ਬਾਲਣ ਲੈ ਕੇ ਸਿੰਘ ਆਉਂਦੇ ਨੇ। ਉਹਨਾਂ ਨੇ ਸੁਭਾਅ ਹੈ ਕਿ ਕਿਸੇ ਵੇਲੇ ਲੰਘਣਾ, ਮੌਜ ਵਿੱਚ ਕਹਿਣਾ। ਜਦੋਂ ਕਿਸੇ ਨੇ ਬਾਲਣ ਲੱਦਿਆ ਹੋਣਾ ਤਾਂ ਕੋਲੋਂ ਲੰਘ ਕੇ ਕਹਿਣਾ, ਉਹ ਇਸ ਗੱਠ ਨੂੰ ਸਿਰ ਤੇ ਕਿਉਂ ਨਹੀਂ ਰੱਖਿਆ, ਸਿਰ ਤੇ ਰੱਖ ਲਿਆ ਹੁੰਦਾ। ਇੰਨੀ ਕੁ ਗੱਲ ਲਈ ਰੇਹੜੀ ਕਿਉਂ ਵਰਤ ਲਈ?
ਗੱਲ ਸਿਰਫ ਇੰਨੀ ਹੈ, ਸੇਵਾ ਉਹ ਬਣਨੀ ਜੇ ਚਿੱਤੇ ਰੱਖਿਓ ਜਿਹੜੀ ਸਰੀਰ ਨਾਲ ਕੀਤੀ ਜਾਣੀ ਹੈ। ਮਤਾ ਇਹ ਬੰਦਾ ਕਹੇ ਨਾ ਵੀ ਰੱਬਾ ਚਲੋ ਮਾਇਆ ਦੀ ਸੇਵਾ ਵੀ ਹੈ, ਪਰ ਇਸ ਤਰ੍ਹਾਂ ਨਹੀਂ ਜੇ ਚੱਲਦਾ ਵੀ ਖੰਡ ਪਾਠ ਅਸੀਂ ਕਰਾ ਲਈਏ, ਭਾਈ ਜੀ ਦੱਸੋ ਭੇਟਾ ਕਿੰਨੀ ਹੈ ਤੁਹਾਡੀ, ਇੰਨੀ ਹੈ ਜੀ, ਤੇ ਲੰਗਰ ਦਾ ਵੀ ਵਿੱਚੇ ਪਾ ਲਓ, ਇੰਨੀ ਦੇ ਦੇਣਾ, ਤੁਹਾਨੂੰ ਸਿੱਧਾ ਹੀ ਅਸੀਂ 21,000 ਦੇ ਦੇਣਾ, ਤੁਸੀਂ ਸਾਡੇ ਲਈ ਅਰਦਾਸ ਹੀ ਕਰਨੀ ਹੈ ਸਿੱਧੀ, ਆਪ ਕੁਝ ਨਹੀਂ ਕਰਨਾ। ਉਹ ਠੀਕ ਹੈ, ਪੈਸਿਆਂ ਦੀ ਸੇਵਾ ਤੇ ਗੁਰੂ ਕੇ ਸਵਾਰੇ ਪੈਗੀ, ਪਰ ਤਨ ਦੀ ਸੇਵਾ ਜ਼ਰੂਰੀ ਚਾਹੀਦੀ। ਜਿਸ ਚੀਜ਼ ਨੂੰ ਤਨ ਸਪਰਸ਼ ਕਰੇਗਾ ਨਾ, ਆ ਝਾੜੂ ਫੜ ਕੇ ਜਦੋਂ ਮਾਰੇਗਾ ਨਾ, ਤੇ ਇਹ ਸੇਵਾ ਬੜੀ ਵੱਡੀ ਬਣੇਗੀ। ਤਿੰਨ ਹੀ ਸੇਵਾ ਮੰਨੀਆਂ ਗਈਆਂ ਨੇ, ਤਨ, ਮਨ ਤੇ ਧਨ। ਮਨ ਦੀ ਸੇਵਾ ਤਾਂ ਬੜੀ ਦੂਰ ਦੀ ਗੱਲ ਹੈ। ਉਂਝ ਬੰਦੇ ਕਹਿੰਦੇ ਨੇ, ਵੈਸੇ ਭਾਵੇਂ ਤੁਰੇ ਬਿਲਕੁਲ ਵੀ ਨਾ ਹੋਣ, ਉਹ ਕਹਿੰਦੇ ਮਨ ਕਰਕੇ ਤਾਂ ਮੈਂ ਆਹ ਹੀ ਸੋਚਦਾ ਪਰ ਮੇਰੀ ਮਜਬੂਰੀ ਹੈ, ਮਨ ਕਰਕੇ ਤਾਂ ਮੈਂ ਆਹ ਹੀ ਕਰਦਾ ਪਰ ਮੇਰੀ ਮਜਬੂਰੀ ਹੈ, ਮਨ ਕਰਕੇ ਤਾਂ ਮੈਂ ਚਾਹੁੰਦਾ ਮੈਂ ਬੜੀ ਮਾਇਆ ਦਿਆਂ ਪਰ ਮੈਂ ਅਲਾਓ ਨਹੀਂ ਕਰਦਾ, ਭਾਵੇਂ ਬੈਂਕ 'ਚ ਬੜੇ ਪਏ ਹੋਣ। ਔਰ ਇਹ ਬੜੀ ਹੈ, ਇਹ ਸਾਡੇ ਸਾਰਿਆਂ ਦੇ ਸਮਝਣ ਦੀ, ਗੁਰੂ ਕੇ ਸਾਰੇ ਮਨੁੱਖੀ ਮਾਨ। ਕੋਈ ਢਿੱਲਾ ਹੋ ਜਾਏ, ਰੱਬ ਨਾ ਕਰੇ, ਹਸਪਤਾਲ ਜਾਏ, ਕਹਿੰਦੇ ਵੀ ਹੁਣ ਅਰਦਾਸ ਕਰੋ ਵੀ ਸਤਿਗੁਰੂ ਆਪਣੇ ਘਰ ਤੋਂ ਹੀ, ਘਰ ਦੀ ਸੇਵਾ ਹੀ ਕਢਾ ਲੈਣ, ਹਸਪਤਾਲਾਂ 'ਚ ਨਾ ਲੱਗੇ। ਤੇ ਗੁਰੂ ਜਾਣਦਾ ਜਿੰਨਾ ਚਿਰ ਤੰਦਰੁਸਤਾਂ ਕੱਢੀ ਸੀ। ਜੇ ਮੌਕੇ ਤੇ ਗੱਲ ਨਹੀਂ ਬਣਦੀ ਤੇ ਉਦੋਂ ਵੀ ਠੀਕ ਹੋ ਜਾ, ਉਦੋਂ ਬਾਅਦ ਤੇ ਫਿਰ ਕਹਿਣਾ ਵੀ ਆ 2 ਲੱਖ ਹਸਪਤਾਲ ਲੱਗਣਾ ਸੀ, ਵੀ ਲਓ ਜੀ ਇਹ ਸੇਵਾ 'ਚ ਪਾ ਲਓ। ਗੁਰੂ ਨੇ ਬੜਾ ਸਿੱਧਾ ਸਾਦਾ ਸਪਸ਼ਟ ਉਪਦੇਸ਼ ਦਿੱਤਾ ਹੈ ਕਿ ਜੋ ਜੀਵਨ ਵਿੱਚ ਤੂੰ ਕਮਾਏਂਗਾ, ਵੱਧ ਤੋਂ ਵੱਧ ਤੂੰ ਗੁਰੂ ਵਾਸਤੇ, ਗੁਰੂ ਘਰ ਵਾਸਤੇ, ਤੂੰ ਮਾਲਕ ਦੇ ਦਰ ਵਾਸਤੇ ਜਦੋਂ ਹਾਜ਼ਰ ਕਰੇਂਗਾ ਤੇ ਮਾਲਕ ਉਨੀਆਂ ਹੀ ਬਰਕਤਾਂ ਤੇਰੀ ਝੋਲੀ ਵਿੱਚ ਪਾਏਗਾ। ਇਹ ਉਹ ਤਾਂ ਜਿਵੇਂ ਕੋਈ ਜਿੰਨੀ ਕੋਈ ਕਰੇ, ਕਿਉਂਕਿ ਇੱਥੇ ਕੋਈ ਕੰਡੀਸ਼ਨ ਤਾਂ ਹੁੰਦੀ ਨਹੀਂ। ਗੁਰੂ ਦਰਬਾਰ ਵਿੱਚ, ਕਿਸੇ ਵੀ ਗੁਰੂ ਦੇ ਦਰਬਾਰ ਵਿੱਚ ਕੋਈ ਕੰਡੀਸ਼ਨ ਨਹੀਂ ਹੁੰਦੀ। ਉਹ ਕਹਿੰਦੇ ਤੂੰ ਭਾਵਨਾ ਨਾਲ ਭਾਈ ਜੋ ਦੇ ਦੇ, ਪਰ ਜੇ ਦੇ ਸਕਦਾ ਤੇ ਵੱਧ ਤੋਂ ਵੱਧ ਦੇ। ਤੋ ਖੈਰ ਸਤਿਗੁਰਾਂ ਨੇ ਬਚਨ ਕਿਹਾ ਵੀ ਜਿਹੜੇ ਵਿਜ ਜਾਣ, ਓਟ ਗੋਵਿੰਦ ਗੋਪਾਲ ਰਾਏ, ਸੇਵਾ ਸੁਆਮੀ ਲਾਹੋ। ਸੁਆਮੀ ਦੀ ਸੇਵਾ ਦਾ ਲਾਭ ਸਦਾ ਲੈਂਦੇ ਰਹਿੰਦੇ, ਹਰ ਵੇਲੇ ਸੇਵਾ ਕਰਦੇ। ਅਗਲਾ ਬਚਨ ਕਹਿੰਦੇ ਨੇ ਸਤਿਗੁਰੂ, ਵਿਖਿਆ ਪੋਹੇ ਨਾ ਸਕੇ। ਵਿਖਿਆ ਦਾ ਮਤਲਬ ਹੈ, ਵਿਖ ਕਹਿੰਦੇ ਨੇ ਜ਼ਹਿਰ ਨੂੰ, ਮਾਇਆ ਨੂੰ ਜ਼ਹਿਰ ਮੰਨਿਆ ਗਿਆ। ਵਿਖਿਆ ਮਤਲਬ ਮਾਇਆ, ਮਾਇਆ ਨੂੰ ਜ਼ਹਿਰ ਮੰਨਿਆ ਗਿਆ। ਪਰ ਮੈਂ ਪਿਛਲੀ ਵਾਰੀ ਬੇਨਤੀ ਕੀਤੀ ਸੀ, ਜ਼ਹਿਰ ਦੀ ਵਰਤੋਂ ਕਰਨੀ ਆਵੇ ਤੇ ਜ਼ਹਿਰ ਵੀ ਠੀਕ ਰਹਿੰਦਾ। ਸਿੱਧਾ ਕਿਸੇ ਨੂੰ ਸੱਪ ਵੱਢ ਜਾਏ ਤੇ ਬਚਾਉਣਾ ਬੜਾ ਔਖਾ ਹੈ, ਪਰ ਉਸੇ ਜ਼ਹਿਰ ਵਿੱਚੋਂ ਆ ਜਿੰਨੀਆਂ ਦਵਾਈਆਂ ਨੇ ਤਿਆਰ ਹੁੰਦੀਆਂ ਨੇ, ਐਂਟੀਬਾਇਓਟਿਕ ਕੋਈ ਵੀ ਚੀਜ਼ ਹੈ ਉਹ ਤਿਆਰ ਹੁੰਦੀਆਂ ਨੇ, ਉਹ ਆਖਰ ਤਾਂ ਕੋਈ ਨਾ ਕੋਈ ਕਿਸੇ ਢੰਗ ਦਾ ਉਹ ਜ਼ਹਿਰ ਹੀ ਹੈ, ਜਿਹਨੂੰ ਕਿ ਚੰਗੇ ਢੰਗ ਦੇ ਨਾਲ ਇੱਕ ਡੋਜ਼ ਦੇ ਰੂਪ ਵਿੱਚ ਉਹਨੂੰ ਲੋਕਾਂ ਵਿੱਚ ਤਕਸੀਮ ਕੀਤਾ ਗਿਆ। ਸਤਿਗੁਰੂ ਕਹਿੰਦੇ ਇਹ ਮਾਇਆ ਜ਼ਹਿਰ ਹੈ, ਤੇ ਇਹਦੇ ਵਿੱਚੋਂ ਬਚਾ ਤੈਨੂੰ ਆਪ ਕਰਨਾ ਪਏਗਾ। ਵੈਸੇ ਤੇ ਸਤਿਗੁਰਾਂ ਨੇ ਕਿਹਾ ਹੈ, ਵਿਖਿਆ ਵਿਆਪਿਆ ਸਗਲ ਸੰਸਾਰ, ਵਿਖਿਆ ਲੈ ਡੂਬੀ ਪਰਿਵਾਰ, ਰੇ ਨਰ ਨਾਵ ਚੌੜ ਕਤ ਬੋੜੀ, ਹਰਸਿਓ ਤੋੜ ਵਿਖਿਆ ਸੰਗ ਜੋੜੀ। ਕਹਿੰਦੇ ਤੂੰ ਤੇ ਆਪਣੀ ਜ਼ਿੰਦਗੀ ਦੀ ਬੇੜੀ ਕਹਿੰਦੇ ਰੜੇ ਹੀ ਡੋਬ ਲਈ। ਪੁੱਛਿਆ ਜੀ ਕਿਉਂ? ਕਹਿ ਲਗੇ ਰੱਬ ਨਾਲ ਤੋੜੀ ਤੇ ਵਿਖਿਆ ਨਾਲ ਜੋੜ ਲਈ। ਇਹ ਬੇੜੀ ਡੁੱਬਣ ਵਾਲੀ ਕੰਮ ਹੈ। ਤੂੰ ਰੱਬ ਨਾਲ ਵੀ ਜੋੜਦਾ, ਰੱਬ ਵਿੱਚ ਵੀ ਵਿਝਦਾ, ਤੇ ਮਾਇਆ ਦੀ ਵੀ ਵਰਤੋਂ ਠੀਕ ਕਰਦਾ, ਕੋਈ ਗੱਲ ਨਹੀਂ ਸੀ। ਉਹਨਾਂ ਇਹ ਨਹੀਂ ਕਿਹਾ ਵੀ ਮਾਇਆ ਨਾ ਰੱਖ, ਮਾਇਆ ਵੀ ਰੱਖ, ਨਾਲ ਰੱਬ ਦੀ ਮਾਇਆ ਵੀ ਤੇਰੇ ਕੋਲ ਹੋਵੇ, ਕਿਰਪਾ ਵੀ ਤੇਰੇ ਕੋਲ ਹੋਵੇ।
ਫਿਰ ਇਹ ਵਿਖਿਆ ਜਿਹੜੀ ਹੈ ਕੁਝ ਨਹੀਂ ਕਹਿੰਦੇ। ਜਿਵੇਂ ਸਪੇਰੇ ਨੇ ਜ਼ਹਿਰ ਦੇ ਭਰੇ ਹੁੰਦੇ ਨੇ ਸੱਪ, ਪਰ ਪਟਾਰੀ ਵਿੱਚ ਪਾ ਕੇ ਰੱਖਦੇ ਨੇ। ਕੀ ਕਹਿੰਦੇ ਨੇ ਉਹਨਾਂ ਨੂੰ ਭਲਾ? ਉਹਨਾਂ ਦੀ ਸਗੋਂ ਰੋਜੀ ਰੋਟੀ ਦਾ ਸਾਧਨ ਬਣ ਜਾਂਦੇ ਨੇ। ਉਹ ਲੋਕਾਂ ਨੂੰ ਵਿਖਾਉਂਦੇ ਨੇ, ਲੋਕੀ ਉਹਨਾਂ ਨੂੰ ਮਾਇਆ ਦਿੰਦੇ ਨੇ। ਹੈ ਤੇ ਉਹ ਜ਼ਹਿਰ ਹੀ ਨੇ, ਪਰ ਉਹਨਾਂ ਨੇ ਉਹਨਾਂ ਦੀ ਜ਼ਹਿਰ ਦੀ ਗੰਢ ਨੂੰ ਪਾਸੇ ਕਰ ਦਿੱਤਾ ਹੈ। ਉਹਨਾਂ ਨੂੰ ਪਟਾਰੀ ਵਿੱਚ ਪਾਉਣ ਦੀ ਉਹਨਾਂ ਨੂੰ ਕਲਾ ਆਉਂਦੀ ਹੈ। ਇਸ ਕਰਕੇ ਜ਼ਹਿਰ ਵੀ ਉਹਨਾਂ ਲਈ ਉਪਜੀਵਿਕਾ ਦਾ ਸਾਧਨ ਬਣਿਆ ਹੋਇਆ। ਤੇ ਪਾਤਸ਼ਾਹ ਜੀ ਨੇ ਬਚਨ ਕੀਤਾ ਵੀ ਇਹ ਗੱਲ ਚੇਤੇ ਰੱਖੀ, ਜਿਹੜੇ ਜੁੜੇ ਹੁੰਦੇ ਨੇ, ਵਿਜੇ ਹੁੰਦੇ ਨੇ, ਵਿਖਿਆ ਪੋਹੇ ਨਾ ਸਕਈ। ਉਹਨੂੰ ਵਿਖਿਆ ਪੋਹ ਨਹੀਂ ਸਕਦੀ। ਮਿਲ ਸਾਧੂ ਗੁਣ ਗਾਹੋ, ਉਹ ਸਾਧੂ ਨਾਲ ਗੁਰਮੁਖਾਂ ਦੀ ਸੰਗਤ ਵਿੱਚ ਮਿਲ ਕੇ ਗੁਣ ਗਾਉਂਦੇ ਨੇ। ਕਿਹਦੇ ਗੁਣ ਗਾਉਂਦੇ ਨੇ? ਰੱਬ ਦੇ ਗੁਣ ਗਾਉਂਦੇ ਨੇ, ਮਾਲਕ ਦੇ ਗੁਣ ਗਾਉਂਦੇ। ਰੱਬ ਦੇ ਗੁਣ ਗੁਣ ਹੀ ਰਹਿੰਦੇ ਨੇ। ਇਸ ਕਰਕੇ ਸਤਿਗੁਰਾਂ ਨੇ ਉਹਦੇ ਗੁਣ ਗਾਉਣ ਲਈ ਕਿਹਾ। ਬੰਦੇ ਦੇ ਗੁਣ ਕਈ ਵਾਰੀ ਗੁਣ ਨਹੀਂ ਰਹਿੰਦੇ, ਔਗੁਣ ਵਿੱਚ ਵੀ ਤਬਦੀਲ ਹੋ ਜਾਂਦੇ ਨੇ। ਇਸ ਕਰਕੇ ਇਹਦੇ ਕਹਿੰਦੇ ਗੁਣ ਨਾ ਗਾਇਆ ਕਰ। ਅੱਜ ਗਾਣਾ, ਕੱਲ੍ਹ ਨੂੰ ਪਤਾ ਨਹੀਂ ਕੀ ਇਹਨੇ ਬਣ ਜਾਣਾ। ਰੱਬ ਦੇ ਗੁਣਾਂ ਵਿੱਚ ਤਬਦੀਲੀ ਨਹੀਂ ਹੋਣੀ, ਉਹ ਔਗੁਣਾਂ ਵਿੱਚ ਤਬਦੀਲ ਨਹੀਂ ਹੋਣੇ। ਤੇ ਇਹਦਾ ਤਾਂ ਪਤਾ ਕੋਈ ਨਹੀਂ ਕਦੋਂ ਤਿਲਕ ਜਾਣਾ। ਅੱਜ ਕਹਾਂਗੇ ਫਲਾਣਾ ਬੜਾ ਵਧੀਆ ਜੀ, ਫਲਾਣਾ ਬੜਾ ਕਮਾਲ ਦਾ, ਤੇ ਰੱਬ ਨਾ ਕਰੇ ਕੋਈ ਗੱਲ ਕਰ ਬੈ, ਫਿਰ ਲੋਕ ਪੁੱਛਣ ਵੀ ਤੂੰ ਤਾਂ ਕਹਿੰਦਾ ਬੜਾ ਵਧੀਆ, ਤੂੰ ਕਹੇਂਗਾ ਹੁਣ ਭਾਈ ਕੀ ਕਰੀਏ, ਬਦਲ ਗਿਆ ਨਾ ਕੰਮ। ਤੇ ਰੱਬ ਜੀ ਅੱਜ ਦਿਆਲੂ ਹੈ, ਉਹਨੇ 2021 ਵਿੱਚ ਕਿਹੜਾ ਕਰੂਰ ਹੋ ਜਾਣਾ, ਉਸੇ ਤਰ੍ਹਾਂ ਹੀ ਰਹਿਣਾ। ਅੱਜ ਕਿਰਪਾਲੂ ਹੈ, ਅਗਲੇ ਸਾਲਾਂ ਵਿੱਚ ਵੀ ਕਿਰਪਾਲੂ ਹੀ ਰਹਿਣਾ ਉਹਨੇ। ਅੱਜ ਬਖਸ਼ਿੰਦਾ ਹੈ, ਆਉਣ ਵਾਲੀਆਂ ਪੀੜ੍ਹੀਆਂ, ਆਉਣ ਵਾਲੇ ਯੁੱਗਾਂ ਯੁਗਾਂਤਰਾਂ ਤੱਕ ਉਹਦਾ ਇਹ ਗੁਣ ਬਰਕਰਾਰ ਹੀ ਰਹਿਣਾ। ਤੋ ਸਤਿਗੁਰੂ ਕਹਿੰਦੇ ਨੇ ਵੀ ਤੂੰ ਗੁਣ ਉਹਦੇ ਗਾ। ਵਿਖਿਆ ਪੋਹੇ ਨਾ ਸਕਈ, ਮਿਲ ਸਾਧੂ ਗੁਣ ਗਾਹੋ। ਗੁਰਮੁਖਾਂ ਦੀ ਸੰਗਤ ਵਿੱਚ ਮਿਲ ਕੇ ਗੁਣ ਗਾਣੇ। ਜਹ ਤੇ ਉਪਜੀ ਤੈ ਮਿਲੀ। ਇਸ ਤਰ੍ਹਾਂ ਕਰਦਿਆਂ ਕਰਦਿਆਂ ਜਿੱਥੋਂ ਉਹਨਾਂ ਦੀ ਜ਼ਿੰਦਗੀ ਰੂਪੀ ਨਦੀ, ਆਤਮਿਕ ਜੀਵਨ, ਜਿੱਥੋਂ ਆਤਮਾ ਸ਼ੁਰੂ ਹੋਈ ਸੀ, ਜਿੱਥੋਂ ਆਈ ਸੀ ਆਤਮਾ, ਉਹਦੇ ਵਿੱਚ ਜਾ ਕੇ ਮਿਲ ਗਏ। ਨਦੀ ਸਮੁੰਦਰ ਦਾ ਰੂਪ ਹੋ ਗਈ। ਛੋਟਾ ਜਿਹਾ ਇੱਕ ਜੀਵਨ ਜਿਹੜਾ ਸੀ, ਰੱਬ ਦੇ ਅਨੰਤ ਸਾਗਰ ਵਿੱਚ ਮਿਲ ਕੇ ਓਤ ਪੋਤ ਹੋ ਗਿਆ। ਜੈ ਤੇ ਉਪਜੀ ਤੈ ਮਿਲੀ, ਸੱਚੀ ਪ੍ਰੀਤ ਸਮਾਹੋ। ਰੱਬ ਨਾਲ ਸੱਚੀ ਪ੍ਰੀਤ ਕੀਤੀ ਤੇ ਸੱਚੀ ਪ੍ਰੀਤ ਦੀ ਬਦੌਲਤ ਉਹਦੇ ਵਿੱਚ ਸਮਾਈ ਹੋ ਗਈ। ਰੱਬ ਵਿੱਚ ਲੀਨਤਾ ਹੋ ਗਈ, ਰੱਬ ਵਿੱਚ ਇੱਕ ਮਿਕਤਾ ਹੋ ਗਈ। ਸੱਚਾ ਪ੍ਰੇਮ ਕਰੀਏ, ਰੱਬ ਵਿੱਚ ਇੱਕ ਮਿਕਤਾ ਹੁੰਦੀ ਹੈ। ਤਾਂ ਹੀ ਤੇ ਗੁਰੂ ਸਾਹਿਬ ਕਹਿੰਦੇ ਸਾਚ ਕਹੂੰ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪ੍ਰੇਮ ਕੀਤਾ ਉਸ ਕਰਤੇ ਪੁਰਖ ਵਾਹਿਗੁਰੂ ਜੀ ਦੇ ਨਾਲ, ਸਤਿਗੁਰੂ ਕਹਿੰਦੇ ਵੀ ਉਹਨਾਂ ਨੂੰ ਮੇਰਾ ਮਾਲਕ, ਮੇਰਾ ਵਾਹਿਗੁਰੂ ਪ੍ਰਾਪਤ ਹੋ ਗਿਆ। ਉਹਨਾਂ ਨਾਲ ਹੀ ਉਸ ਮਾਲਕ ਦੀ ਬਣ ਗਏ। ਸਤਿਗੁਰੂ ਕਹਿੰਦੇ ਨੇ ਜੈ ਤੇ ਉਪਜੀ ਤਹਿ ਮਿਲੀ, ਸੱਚੀ ਪ੍ਰੀਤ ਸਮਾਹੋ। ਅਗਲਾ ਬਚਨ, ਕਰ ਗਹਿ ਲੀਨੀ ਪਾਰ ਬ੍ਰਹਮ। ਕਰ ਦਾ ਮਤਲਬ ਹੈ ਹੱਥ। ਕਰ ਸ਼ਬਦ ਬਹੁਤ ਵਾਰੀ ਆਇਆ, ਇਹਦਾ ਮਤਲਬ ਹੈ ਹੱਥ। ਗਹਿ, ਗਹਿ ਦਾ ਮਤਲਬ ਹੈ ਪਕੜਨਾ। ਲੀਨੀ ਦਾ ਮਤਲਬ ਹੈ ਲਿਆ, ਪਕੜ ਲਿਆ। ਕਰ ਗਹਿ ਲੀਨੀ ਪਾਰ ਬ੍ਰਹਮ, ਉਸ ਜੀਵ ਇਸਤਰੀ ਨੂੰ ਮਾਲਕ ਨੇ ਪਕੜ ਲਿਆ, ਹੱਥ ਪਕੜ ਲਿਆ ਉਸ ਜਿਗਿਆਸੂ ਦਾ,
ਜਿਹੜਾ ਜੁੜਿਆ ਸੀ, ਜਿਹੜਾ ਵਿਝਿਆ ਸੀ, ਜਿਹੜਾ ਤੁਰਿਆ ਸੀ ਇਸ ਰਸਤੇ ਤੇ, ਕਰ ਗਹਿ ਲੀਨੀ ਪਾਰ ਬ੍ਰਹਮ। ਰੱਬ ਨੇ ਹੱਥ ਪਕੜ ਲਿਆ, ਬੌੜ ਨਾ ਵਿਛੜਿਆ ਹੋ। ਜਦੋਂ ਰੱਬ ਨੇ ਹੱਥ ਪਕੜ ਕੇ ਗੁਰੂ ਕੇ ਸਵਾਰੇ ਉਹਨੂੰ ਆਪਣਾ ਬਣਾਇਆ, ਸਾਹਿਬ ਕਹਿੰਦੇ ਉਹ ਪਰਤ ਕੇ ਦੁਬਾਰਾ ਵਿਛੜਿਆ ਨਹੀਂ। ਰੱਬ ਨੇ ਵਿਛੜਨ ਨਹੀਂ ਦਿੱਤਾ। ਇਹ ਬੇਨਤੀ ਕਰਾਂ, ਇਹ ਰਿਸ਼ਤਾ ਐਸਾ ਹੈ, ਬਾਕੀ ਦੁਨਿਆਵੀ ਰਿਸ਼ਤੇ ਬਣਦੇ ਨੇ, ਟੁੱਟਦੇ ਨੇ, ਸੌਰਦੇ ਨੇ, ਵਿਗੜਦੇ ਨੇ, ਪਰ ਇਹ ਰਿਸ਼ਤਾ ਐਸਾ ਹੈ, ਰੱਬ ਨਾਲ ਰਿਸ਼ਤਾ ਇੱਕ ਵਾਰੀ ਬਣ ਜਾਏ ਪਰਤ ਕੇ ਵਿਗੜਦਾ ਨਹੀਂ। ਇਹ ਗੱਲ ਚੇਤੇ ਰੱਖੋ। ਤੇ ਜੇ ਕੋਈ ਵਿਗਾੜਨਾ ਵੀ ਚਾਹੇ ਨਾ ਤਾਂ ਵੀ ਨਹੀਂ ਵਿਗੜਦਾ। ਤੁਸੀਂ ਪੁੱਛੋਗੇ ਕਿਵੇਂ? ਗੁਰੂ ਕਲਗੀਆਂ ਵਾਲੇ ਦੇ ਸਾਹਮਣੇ ਸਿੱਖ ਖਲੋਤਾ ਵੀ ਅਸੀਂ ਚਲੇ ਜਾਣਾ, ਕਹਿੰਦੇ ਆ ਰੁਕਾ ਲਿਖ ਕੇ ਦੇ ਜਾਓ, ਆ ਮੈਨੂੰ ਲਿਖ ਕੇ ਦੇ ਜਾਓ ਤੁਸੀਂ ਵੀ ਅਸੀਂ ਤੇਰੇ ਕੱਖ ਨਹੀਂ ਲੱਗਦੇ, ਤੂੰ ਸਾਡਾ ਕੁਝ ਨਹੀਂ ਲੱਗਦਾ, ਬਸ ਇੰਨੀ ਗੱਲ ਹੈ। ਤੇ ਜੇ ਵੇਖੋ ਐਡਾ ਦਿਆਲੂ ਗੁਰੂ, ਤੇ ਜੇ ਇਹ ਸੋਚਦਾ ਵੀ ਜਦੋਂ ਨਾ ਚਲੇ ਹੀ ਜਾਣਾ ਮੈਂ ਨਾ ਤਾਂ ਕਾਹਦੇ ਲਈ ਲਿਖਾਣਾ, ਨਹੀਂ, ਉਹਨੂੰ ਪਤਾ ਸੀ। ਇਹ ਅਣਜਾਣ ਪੁਣੇ ਵਿੱਚ ਇਹ ਗੱਲ ਕਰਦੇ ਨੇ ਵੀ ਗੁਰੂ ਨਾਨਕ ਦਾ ਘਰ ਬੜਾ ਵੱਡਾ ਹੈ, ਇੱਥੇ ਇੱਕ ਵਾਰੀ ਜਿਹਨੂੰ ਆਪਣਾ ਬਣਾ ਲਈਏ ਪਰਤ ਕੇ ਵਿਛੋੜਿਆ ਨਹੀਂ ਜਾਂਦਾ। ਉਹ ਉਛਲ ਕੇ ਬਾਹਰ ਵੀ ਜਾਏ ਫਿਰ ਵੀ ਪਿਆਰ ਨਾਲ, ਮੁਹੱਬਤ ਨਾਲ, ਤਾੜਨਾ ਨਾਲ, ਜਿਵੇਂ ਮਰਜ਼ੀ ਗੁਰੂ ਗੱਲ ਕਰ ਲੈ, ਉਹਨੂੰ ਕਹਿੰਦਾ ਵੀ ਨਹੀਂ ਇਹਦਾ ਭਲਾ ਕਰੀਏ। ਹਾਂ, ਕੁਝ ਬਾਹਲੇ ਮੰਦ ਭਾਗ ਹੋਣ ਤਾਂ ਫਿਰ ਕੀ ਕਿਹਾ ਜਾ ਸਕਦਾ, ਪਰ ਵੈਸੇ ਇਹ ਰਿਸ਼ਤਾ ਗੁਰੂ ਕੇ ਸਵਾਰੂ ਐਸਾ ਹੈ, ਇੱਕ ਵਾਰੀ ਮਿਲ ਜਾਏ ਵਿਛੋੜਾ ਨਹੀਂ। ਪਰ ਇਸ ਰਿਸ਼ਤੇ ਨੂੰ ਬਣਦਿਆਂ ਮੁੱਦਤਾਂ ਲੱਗ ਜਾਂਦੀਆਂ। ਉਹਦੀ ਮਿਹਰ ਹੋਵੇ ਤੇ ਇੱਕ ਪਲ ਵੀ ਨਹੀਂ ਲੱਗਦਾ, ਪਰ ਆਪਣੇ ਵੱਲੋਂ ਤੁਰਦਿਆਂ ਸ਼ਾਇਦ ਮੁੱਦਤਾਂ ਵਿੱਚ ਵੀ ਰਸਤਾ ਤੈਅ ਨਾ ਹੋ। ਇਸ ਕਰਕੇ ਅਰਦਾਸ ਕਰੀਦੀ ਹੈ, ਮਾਲਕ ਜੀ ਕਿਰਪਾ ਕਰਿਓ, ਆਪਣੀ ਮਿਹਰ ਦਾ ਹੱਥ ਰੱਖਿਓ ਕਿ ਇਹ ਜ਼ਿੰਦਗੀ ਜਿਹੜੀ ਹੈ ਨਾ, ਆ ਜ਼ਿੰਦਗੀ ਜਿਹੜੀ ਹੈ ਇਹ ਪਾਰ ਹੋ ਜਾਏ। ਖੈਰ ਸਤਿਗੁਰੂ ਕਹਿੰਦੇ ਕਰ ਗਹਿ ਲੀਨੀ ਪਾਰ ਬ੍ਰਹਮ, ਬੌੜ ਨਾ ਵਿਛੜਿਆ। ਉਹ ਦੁਬਾਰਾ ਨਹੀਂ ਵਿਛੜੀ, ਇੱਕ ਵਾਰੀ, ਕਿਉਂਕਿ ਅੰਦਰੋਂ ਮਿਲੇ ਨਾ, ਜਿਹੜਾ ਅੰਦਰੋਂ ਮਿਲਿਆ ਹੋਵੇ ਉਹ ਵਿਛੜਦਾ ਨਹੀਂ। ਬਾਹਰ ਜਾਊ ਲੱਖ ਬੇਰੀਆ, ਸਤਿਗੁਰੂ ਕਹਿੰਦੇ ਵੀ ਲੱਖਾਂ ਵਾਰੀ ਮੈਂ ਬਲਹਾਰ ਜਾਣਾ, ਬਾਹਰ ਜਾਓ ਲੱਖ ਬੇਰੀਆ। ਮਾਲਕ ਜੀ ਮੈਂ ਲੱਖਾਂ ਵਾਰੀ ਤੇਰੇ ਤੋਂ ਬਲਿਹਾਰ ਹਾਂ, ਕੁਰਬਾਨ ਹਾਂ। ਹਰ ਸੱਜਣ ਅਗੰਮ ਅਗਾਹੋ, ਐ ਗਮਤਾ ਤੋਂ ਪਰੇ ਵਾਹਿਗੁਰੂ, ਐ ਅਗਾਧ ਬੋਧ ਵਾਹਿਗੁਰੂ, ਐ ਡੂੰਘੇ ਮੇਰੇ ਸੱਜਣ ਮਾਲਕਾ, ਮੈਂ ਤੇਰੇ ਤੋਂ ਲੱਖਾਂ ਵਾਰੀ ਕੁਰਬਾਨ ਜਾਂਦਾ ਹਾਂ। ਵਾਰ ਨੇ ਬਲਹਾਰ ਨੇ ਲੱਖ ਬਰੀਆ, ਮੈਂ ਤੇਰੇ ਤੋਂ ਬਲਿਹਾਰ ਹਾਂ, ਕੁਰਬਾਨ ਹਾਂ ਲੱਖਾਂ ਵਾਰੀ। ਕਿਵੇਂ ਬਿਆਨ ਕਰਾਂ ਮੈਂ ਤੇਰੀ ਇਸ ਮਿਹਰ ਨੂੰ। ਬਾਹਰ ਜਾਉ ਲੱਖ ਬੇਰੀਆ, ਹਰ ਸੱਜਣ ਅਗੰਮ ਅਗਾਹੋ, ਐ ਅਗਾ ਪ੍ਰਭੂ ਤੇਰੇ ਤੋਂ ਬਲਿਹਾਰਾ। ਅਗਲਾ ਬਚਨ ਕਹਿੰਦੇ ਸਰਮ ਪਈ ਨਾਰਾਇਣ। ਜਦੋਂ ਨਾਰਾਇਣ ਦੀ ਸ਼ਰਨ ਵਿੱਚ ਡਿੱਗ ਪਈ ਤੇ ਉਸ ਮਾਲਕ ਨੂੰ ਮੇਰੇ ਤੇ ਤਰਸ ਆ ਗਿਆ। ਸਰਮ ਪਈ ਨਾਰਾਇਣ ਨਾਨਕ ਦਰ ਪਈਆ। ਜਦੋਂ ਉਹਦੇ ਦਰ ਤੇ ਢਹਿ ਪਈ, ਉਹਦੇ ਚਰਨਾਂ ਵਿੱਚ ਝੁਕ ਗਿਆ ਜੀਵ, ਉਹਨੂੰ ਤਰਸ ਆ ਗਿਆ। ਤੇ ਜਦੋਂ ਤਰਸ ਆ ਗਿਆ ਫਿਰ ਕੀ ਕਲਾ ਵਰਤੀ? ਤਰਸ ਪਿਆ ਮੈਂ ਰਾਮਤ ਹੋਈ,
ਤਰਸ ਪਿਆ ਮਹਿਰਾਮਤ ਹੋਈ, ਤਰਸ ਪਿਆ। ਇਹ ਤਰਸ ਦਾ ਫਲ ਹੈ। ਰਹਿਮਤ ਤਰਸ ਦਾ ਫਲ ਹੈ। ਰੱਬ ਨੇ ਮਿਹਰ ਕੀਤੀ, ਤਰਸ ਕੀਤਾ ਤੇ ਰਹਿਮਤ ਕਰ ਦਿੱਤੀ। ਉਹਨੇ ਕਿਹਾ ਵੀ ਵਿਚਾਰਾ ਦੇਖੋ ਕਿੰਨਾ ਰੁਲਦਾ ਪਿਆ, ਕਿੰਨਾ ਸ਼ਿੱਦਤ ਨਾਲ, ਕਿੰਨਾ ਅੰਦਰੋਂ ਭਿੱਜ ਕੇ ਇਹ ਵਿਚਾਰਾ ਅਰਦਾਸਾਂ ਕਰਦਾ ਹੈ, ਇਹਨੂੰ ਲੋੜ ਹੈ। ਤੇ ਜਦੋਂ ਉਹਨੂੰ ਤਰਸ ਕੀਤਾ, ਮਿਹਰ ਹੋ ਗਈ, ਫਿਰ ਕਹਿੰਦੇ ਨੇ ਸਤਿਗੁਰ ਸੱਜਣ ਮਿਲਿਆ, ਸਤਿਗੁਰ ਸੱਜਣ ਮਿਲਿਆ, ਸਤਿਗੁਰ। ਉਹ ਸੱਜਣ ਵਾਹਿਗੁਰੂ ਮਿਲ ਪਿਆ। ਕਹਿੰਦੇ ਲੈ ਤੇਰੇ ਲਈ ਦਰਵਾਜ਼ਾ ਖੋਲ ਦਿੱਤਾ, ਮਿਹਰ ਹੋ ਗਈ। ਤੇ ਪਾਤਸ਼ਾਹ ਜੀ ਬਚਨ ਕਹਿੰਦੇ ਨੇ ਸਰਮ ਪਈ ਨਾਰਾਇਣ, ਨਾਨਕ ਦਰ ਪਈਆ ਹੋ। ਸ਼ਰਮ ਮਿਹਰ ਕਰ ਦਿੱਤੀ ਮਾਲਕ ਨੇ। ਤੇ ਅੰਤਲਾ ਸ਼ਬਦ ਫਿਰ ਇਸ ਪਦ ਦਾ ਸਤਿਗੁਰੂ ਕਹਿੰਦੇ ਨੇ, ਕਹਿੰਦੇ ਪੋਖ ਸੁਹੰਦਾ। ਆ ਜਿਹੜਾ ਸ਼ਬਦ ਹੈ ਇਹਨੂੰ ਦੋ ਲਾਵਾਂ ਇੱਕ ਸ਼ਬਦ ਨੂੰ ਲੱਗੀਆਂ ਸੀ। ਸੱਸਾ ਉੱਤੇ ਹੋੜਾ, ਉਹਦੇ ਥੱਲੇ ਫਿਰ ਔਂਕੜ, ਫਿਰ ਹਾਹਾ, ਉਹਨੂੰ ਟਿੱਪੀ, ਦੱਦਾ, ਦੱਦੇ ਨੂੰ ਕੰਨਾ। ਹੁਣ ਇੱਕ ਸ਼ਬਦ ਨੂੰ ਦੋ ਮਾਤਰਾ ਲੱਗੀਆਂ ਨੇ। ਕਿਹੜੀ ਮਾਤਰਾ ਬੋਲੀਏ? ਜਦੋਂ ਪਾਠ ਕਰੀਏ ਤਾਂ ਇੱਥੇ ਦੋ ਮਾਤਰਾ ਵਿੱਚ ਜਿਹੜੀ ਥਲੜੀ ਮਾਤਰਾ ਹੈ ਉਸ ਤੇ ਭਾਰ ਦੇ ਕੇ ਬੋਲਣਾ ਹੈ। ਪੋਖ ਸੁਹੰਦਾ ਸਰਬ ਸੁਖ। ਕਹਿੰਦੇ ਪੋਹ ਦਾ ਮਹੀਨਾ ਉਹਨਾਂ ਲਈ ਸੁੰਦਰ ਹੈ, ਉਹਨਾਂ ਲਈ ਸਰਬ ਸੁਖਦਾਇਕ ਹੈ। ਜਿਸ ਬਖਸ਼ੇ ਬੇਪਰਵਾਹ, ਜਿਹਨੂੰ ਮੇਰਾ ਬੇਪਰਵਾਹ ਵਾਹਿਗੁਰੂ ਪਰਮਾਤਮਾ ਜਿਹੜਾ ਬੇਪਰਵਾਹ ਹੈ, ਕਿਸੇ ਦੀ ਪਰਵਾਹ ਨਹੀਂ ਕਰਦਾ, ਜਿਹਨੂੰ ਬਖਸ਼ ਦੇਵੇ, ਕਹਿ ਲਗੇ ਉਹਦੇ ਲਈ ਪੋਹ ਦਾ ਮਹੀਨਾ ਸੋਹਣਾ ਜੇ, ਉਹਦੇ ਲਈ ਸੁੰਦਰ ਹੈ। ਜੇ ਕਿਧਰੇ ਨਹੀਂ, ਜਿਹਨੂੰ ਨਹੀਂ ਬਖਸ਼ਿਆ, ਉਹਦੇ ਜਿਹਦੇ ਤੇ ਮਿਹਰ ਹੋ ਗਈ, ਜਿਹਨੂੰ ਉਸਨੇ ਬਖਸ਼ ਦਿੱਤਾ, ਤੇ ਪਾਤਸ਼ਾਹ ਜੀ ਕਹਿੰਦੇ ਨੇ ਬਸ ਭੁਖ ਸੁਹੰਦਾ ਸਰਬ ਸੁਖ, ਜਿਸ ਬਖਸ਼ੇ ਬੇਪਰਵਾਹ। ਜਿਹਨੂੰ ਬੇਪਰਵਾਹ ਨੇ ਬਖਸ਼ ਦਿੱਤਾ, ਉਹਦੇ ਲਈ ਸਾਰਾ, ਜਿਹਨੂੰ ਕਹਿ ਦਿੱਤਾ ਨਾ ਬਈ ਹੁਣ ਸਭ ਕੁਝ ਤੇਰਾ ਪ੍ਰਵਾਨ ਹੈ, ਉਹਦੇ ਲਈ ਕੋਈ ਘੜੀ, ਕੋਈ ਪਲ ਪੋਹ ਦਾ ਮਾੜਾ ਨਹੀਂ ਰਿਹਾ, ਚੰਗਾ ਹੋ ਗਿਆ। ਹਰ ਚੀਜ਼ ਉਹਦੇ ਲਈ, ਹਰ ਘੜੀ, ਹਰ ਪਲ, ਹਰ ਸਵਾਸ ਵਧੀਆ ਹੋ ਗਿਆ, ਜਿਹਨੂੰ ਮਾਲਕ ਨੇ ਬਖਸ਼ ਦਿੱਤਾ। ਇਸ ਕਰਕੇ ਪਿਆਰਿਓ, ਜ਼ਿੰਦਗੀ ਵਿੱਚ ਯਤਨ ਇਹ ਕਰਨਾ ਹੈ ਕਿ ਉਹ ਬਖਸ਼ ਦੇਵੇ। ਤੇ ਬਖਸ਼ਿਸ਼ ਲੈਣ ਵਾਸਤੇ ਫਿਰ ਤਰਸ ਦੀ, ਉਹਨੂੰ ਤਰਸ ਆਵੇ, ਇਹਦੀ ਲੋੜ ਤੇ ਤਰਸ ਤਾਂ ਆਏਗਾ ਜਦੋਂ ਆਪਣੀ ਲਾਚਾਰੀ ਬੇਨਤੀ ਦੇ ਰੂਪ ਵਿੱਚ ਉਹਨੂੰ ਕਵਾਂਗੇ। ਜਦੋਂ ਅਸੀਂ ਬੇਨਤੀ ਕਰਾਂਗੇ ਨਾ ਮਾਲਕਾ, ਮੈਂ ਕਈ ਵਾਰੀ ਬੇਨਤੀ ਕਰਦਾ ਵੀ ਜਿਹੜੀ ਅਰਦਾਸ ਹੈ ਨਾ, ਉਹ ਆਪਣੇ ਗੁਣ ਦੱਸਣ ਲਈ ਨਹੀਂ ਹੈ। ਅਰਦਾਸ ਤੇ ਆਪਣੀ ਵੇਦਨਾ ਉਹਦੇ ਅੱਗੇ ਜ਼ਾਹਰ ਕਰਨ ਲਈ। ਤੇ ਇਹ ਬੇਨਤੀ ਕਰਨ ਲਈ ਪਾਤਸ਼ਾਹ ਮਿਹਰ ਕਰੋ, ਬਖਸ਼ਿਸ਼ ਕਰੋ ਬਈ ਅਸੀਂ ਤੁਹਾਡੇ ਚਰਨਾਂ ਨਾਲ ਕਿਸੇ ਵੀ ਢੰਗ ਦੇ ਨਾਲ ਜੁੜੀਏ। ਤੁਸੀਂ ਆਪੇ ਹੀ ਮਿਹਰ ਕਰ ਦਿਓ। ਇਹ ਗੁਰੂ ਕੇ ਸਵਾਰੋ, ਇਹ ਸਿਧਾਂਤ ਹੈ। ਤੇ ਸਤਿਗੁਰੂ ਜੀ ਬਖਸ਼ਿਸ਼ ਕਰਨ, ਮਿਹਰ ਕਰਨ। ਆਓ ਸਾਰੇ ਇੱਕ ਵਾਰੀ ਅਰਦਾਸ ਕਰੀਏ ਤੇ ਨਾਮ ਦੀ ਦਾਤ ਝੋਲੀ ਵਿੱਚ ਪਵਾਈਏ। ਸਾਰੇ ਗੁਰੂ ਸਾਹਿਬ ਨੂੰ ਆਖੋ ਜੀ, ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ,
ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਉ ਇਹੋ, ਨਾਨਕ ਚਾਉ ਇਹੋ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਪਾਤਸ਼ਾਹ ਜੀ ਮਿਹਰ ਕਰਨ। ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਗਲਤੀਆਂ ਭੁੱਲਾਂ ਦੀ ਖਿਮਾ ਸਤਿਗੁਰੂ ਬਖਸ਼ ਲੈਣ।